ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਅਸੀਂ ਇਕਨੋਮਿਕਸ ਦਾ ਦੂਸਰਾ ਪਾਰਟ ਕਰਾਂਗੇ, ਜਿਹਨੂੰ ਮੈਕਰੋ ਇਕਨੋਮਿਕਸ ਕਹਿੰਦੇ ਆ। ਅੱਜ ਦਾ ਸਾਡਾ ਵਿਸ਼ਾ ਹੈ ਇਸ਼ੂਜ਼ ਐਂਡ ਕਨਸੈਪਟ ਆਫ ਮੈਕਰੋ ਇਕਨੋਮਿਕਸ। ਕਿ ਜਿਹੜੀ ਆਪਣੀ ਇਕਨੋਮਿਕਸ ਹੈ ਇਹਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ, ਮਾਈਕਰੋ ਐਂਡ ਮੈਕਰੋ। ਜਿਹੜਾ ਸੈਕਿੰਡ ਪਾਰਟ ਹੈ ਦੈਟ ਇਜ਼ ਅ ਮੈਕਰੋ ਇਕਨੋਮਿਕਸ, ਜੋ ਆਪਣੀ ਹੋਲ ਇਕੋਨਮੀ ਦੀ ਸਟੱਡੀ ਦੇ ਬਾਰੇ ਦੱਸਦੀ ਆ, ਪ੍ਰਿੰਸੀਪਲਸ ਦੇ ਬਾਰੇ ਦੱਸਦੀ ਆ। ਅੱਜ ਅਸੀਂ ਮੈਕਰੋ ਇਕਨੋਮਿਕਸ ਨੂੰ ਦੇਖਾਂਗੇ ਕਿ ਵਾਟ ਇਜ਼ ਮੈਕਰੋ ਇਕਨੋਮਿਕਸ, ਕਿ ਮੈਕਰੋ ਇਕਨੋਮਿਕਸ ਕੀ ਹੁੰਦੀ ਆ, ਇਹਦੇ ਬੇਸਿਕ ਕਨਸੈਪਟਸ ਕੀ ਨੇ ਤੇ ਇਸ਼ੂਜ਼ ਕੀ ਨੇ ਮੈਕਰੋ ਇਕਨੋਮਿਕਸ ਦੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਜਿਹੜੇ ਆਪਣੇ ਪ੍ਰੋਫੈਸਰ ਰਾਗਨਰ ਸੀਗੇ, ਉਹਨਾਂ ਨੇ ਜਿਹੜੀ ਮੈਕਰੋ ਇਕਨੋਮਿਕਸ ਦਾ ਸੈਪਰੇਟ ਕਨਸੈਪਟ ਦੱਸਿਆ ਹੈ। ਕਹਿੰਦੇ ਜਿਹੜੀ ਮੈਕਰੋ ਇਕਨੋਮਿਕਸ ਸੀਗੀ, ਸਟਾਰਟਡ ਹੋਈ ਸੀਗੀ ਐਜ਼ ਅ ਇਕੋਨਮੀ ਨੂੰ, ਆਪਣੀ ਇਕਨੋਮਿਕਸ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀਗਾ, ਮਾਈਕਰੋ ਇਕਨੋਮਿਕਸ ਐਂਡ ਮੈਕਰੋ ਇਕਨੋਮਿਕਸ। ਕਿਹਨੇ ਕੀਤਾ ਸੀਗਾ? ਪ੍ਰੋਫੈਸਰ ਰਾਗਨਰ ਨੇ ਕੀਤਾ ਸੀਗਾ, ਜਿਹੜੇ ਉਸ ਆਸਲੋ ਯੂਨੀਵਰਸਿਟੀ ਨਾਰਵੇ ਦੇ ਸੀਗੇ। 1933 ਦੇ ਵਿੱਚ ਉਹਨਾਂ ਨੇ ਟੂ ਪਾਰਟਸ ਦੇ ਵਿੱਚ ਮਾਈਕਰੋ ਐਂਡ ਮੈਕਰੋ ਆਪਣੀ ਜਿਹੜੀ ਹੈਗੀ ਹੈ ਇਕਨੋਮਿਕਸ, ਉਹਨੂੰ ਡਿਵਾਈਡ ਕੀਤਾ ਸੀਗਾ ਰਾਗਨਰ ਨੇ, ਪ੍ਰੋਫੈਸਰ ਰਾਗਨਰ, ਜਿਹੜੇ ਆਪਣੇ ਪ੍ਰੋਫੈਸਰ ਸੀਗੇ ਨਾਰਵੇ ਯੂਨੀਵਰਸਿਟੀ ਦੇ ਵਿੱਚ, ਆਸਲੋ ਯੂਨੀਵਰਸਿਟੀ ਦੇ ਵਿੱਚ। ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਆਪਾਂ ਕੀ ਕਰਦੇ ਆ? ਸਟੱਡੀ ਆਫ ਹੋਲ ਇਕੋਨਮੀ। ਹੋਲ ਇਕੋਨਮੀ ਦੀ ਕੀ ਕਰਦੇ ਆ? ਸਟੱਡੀ ਕਰਦੇ ਆ। ਉਹਦੇ ਜਿਹੜੇ ਪ੍ਰਿੰਸੀਪਲਸ ਨੇ, ਪ੍ਰੋਬਲਮਸ ਨੇ, ਉਹਨਾਂ ਦੇ ਬਾਰੇ ਪੜ੍ਹਦੇ ਆ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ, ਜਿਵੇਂ ਕਿ ਤੁਸੀਂ ਆਪਣਾ ਮਾਰਨਿੰਗ ਟਾਈਮ ਨਿਊਜ਼ਪੇਪਰਸ ਦੇਖਦੇ ਹੋ, ਨਿਊਜ਼ਪੇਪਰ ਓਪਨ ਕਰਦੇ ਹੋ, ਤਾਂ ਤੁਸੀਂ ਕਹਿੰਦੇ ਪੂਰੀ ਇਕੋਨਮੀ, ਪੂਰੀ ਕੰਟਰੀ, ਆਪਣੀ ਨੇਸ਼ਨ ਦੇ ਬਾਰੇ ਪੜ੍ਹਦੇ ਹੋ ਕਿ ਜਿਹੜਾ ਆਪਣਾ ਪ੍ਰਾਈਸ ਹੈ ਉਹਦੇ ਵਿੱਚ ਇਨਫਲੇਸ਼ਨ ਹੋਇਆ ਹੈ ਜਾਂ ਡਿਫਲੇਸ਼ਨ ਹੋਇਆ ਹੈ, ਜਾਂ ਆਪਣੀ ਇਕੋਨਮੀ ਦੀ ਇਕਨੋਮਿਕ ਗਰੋਥ ਕਿੰਨੀ ਹੈ, ਜਾਂ ਅਨਇੰਪਲੋਇਮੈਂਟ ਕਿੰਨੀ ਹੈ, ਐਜੂਕੇਸ਼ਨ ਕਿੰਨੀ ਹੈ, ਹੌਸਪਿਟੈਲਿਟੀ ਕਿੰਨੀ ਦਿੱਤੀ ਜਾ ਰਹੀ ਹੈ। ਤੇ ਡਿਫਰੈਂਟ ਜਿਹੜੇ ਇਹ ਇਸ਼ੂਜ਼ ਨੇ, ਇਹਨਾਂ ਦੇ ਜਿਹੜੇ ਰਿਲੇਟਡ ਜਿਹੜੇ ਕੁਐਸਚਨਸ ਨੇ, ਉਹ ਕੀ ਹੁੰਦੇ ਨੇ? ਅਰਾਈਜ਼ ਹੁੰਦੇ ਨੇ, ਜਿਨ੍ਹਾਂ ਦੇ ਆਨਸਰਸ ਕੀ ਹੈ ਆਪਾਂ ਪ੍ਰਿੰਸੀਪਲਸ ਦੇ ਥਰੂ ਸੋਲਵ ਕਰਦੇ ਹਾਂ। ਤੇ ਆਪਾਂ ਦੇਖਦੇ ਹਾਂ ਜਿਵੇਂ ਕਿ ਪ੍ਰਾਈਸ ਇਨਕਰੀਜ਼ ਹੋ ਗਿਆ, ਇਕੋਨਮੀ ਦੇ ਵਿੱਚ ਇਨਫਲੇਸ਼ਨ ਹੋ ਗਿਆ, ਤਾਂ ਆਪਾਂ ਇਹਦੇ ਰੀਜ਼ਨਸ ਦੇਖਦੇ ਹਾਂ ਕਿ ਇਨਫਲੇਸ਼ਨ ਦਾ, ਪ੍ਰਾਈਸਿਸ ਰਾਈਜ਼ ਹੋਣ ਦਾ ਮੇਨ ਰੀਜ਼ਨ ਕੀ ਹੈ, ਤੇ ਸਾਡੀ ਜਿਹੜੀ ਇਕੋਨਮੀ ਹੈ ਉਹਦੀ ਇਕਨੋਮਿਕ ਗਰੋਥ ਕਿੰਨੀ ਹੈ, ਗਰੋਥ ਰੇਟ ਕੀ ਹੈ, ਤੇ ਜੇ ਗਰੋਥ ਰੇਟ ਘੱਟ ਹੈ ਤਾਂ ਉਹਨੂੰ ਕਿੱਦਾਂ ਇਨਕਰੀਜ਼ ਕੀਤਾ ਜਾ ਸਕਦਾ ਹੈ। ਇੰਪਲੋਇਮੈਂਟ ਕਿੰਨੀ ਆ, ਅਗਰ ਅਨਇੰਪਲੋਇਮੈਂਟ ਹੈ ਦੈਨ ਇੰਪਲੋਇਮੈਂਟ ਕਿੱਦਾਂ ਇਨਕਰੀਜ਼ ਕੀਤੀ ਜਾ ਸਕਦੀ ਆ। ਤੇ ਇੰਡੀਆ ਦੇ ਵਿੱਚ ਕਹਿੰਦੇ ਜਿਹੜੇ ਕੰਪੈਰੀਟਿਵ ਲਾਅ ਸੀਗੇ, ਕਹਿੰਦੇ ਅਪਣਾਏ ਜਾਂਦੇ ਨੇ, ਪਾਲਿਸੀਜ਼ ਅਪਣਾਈਆਂ ਜਾਂਦੀਆਂ ਨੇ, ਇਹਨਾਂ ਜਿਹੜੀਆਂ ਸਾਰੇ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਨ ਦੇ ਲਈ। ਕਹਿੰਦੇ ਨੇ ਮਾਈਕਰੋ ਇਕਨੋਮਿਕਸ ਦੇ ਵਿੱਚ ਕੀ ਕਰਦੇ ਆ ਆਪਾਂ? ਸਟੱਡੀ ਸਰਟੇਨਲੀ ਪ੍ਰੋਵਾਈਡਸ ਆਨਸਰ ਟੂ ਥੀਸ ਅਦਰ ਰਿਲੇਟਡ ਕੁਐਸਚਨਸ pertaining to the whole economy। ਕਹਿੰਦੇ ਜਿੰਨੇ ਵੀ ਇਹ ਸਾਰੇ ਕੁਐਸਚਨਸ ਨੇ ਅਨਇੰਪਲੋਇਮੈਂਟ ਦੇ ਰਿਗਾਰਡਿੰਗ, ਪਾਵਰਟੀ ਦੇ ਰਿਗਾਰਡਿੰਗ, ਐਜੂਕੇਸ਼ਨ ਤੇ, ਹੈਲਥ ਫੈਸਿਲਿਟੀਜ਼ ਤੇ, ਇਨਫਲੇਸ਼ਨ ਡਿਫਲੇਸ਼ਨ ਤੇ, ਕਹਿੰਦੇ ਉਹਨਾਂ ਦੇ ਸਾਰਿਆਂ ਦੇ ਜੋ ਸਿੱਟੇਸ ਨੇ, ਕੁਐਸਚਨਸ ਤੇ ਆਨਸਰਸ ਨੇ, ਉਹ ਸਾਨੂੰ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਨ ਤੋਂ ਬਾਅਦ ਹੀ ਮਿਲਦੇ ਨੇ। ਤਦ ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਮੈਕਰੋ ਇਕਨੋਮਿਕਸ ਦੇ ਵਿੱਚ ਹੋਲ ਇਕੋਨਮੀ ਦੀਆਂ ਪ੍ਰੋਬਲਮਸ ਤੇ ਇਸ਼ੂਜ਼ ਦੇ ਬਾਰੇ ਕੀ ਕਰਦੇ ਆ? ਗੱਲ ਕਰਦੇ ਆ। ਤਾਂ ਆਪਾਂ ਦੇਖਦੇ ਹਾਂ ਫਸਟ ਆਫ ਆਲ ਕਿ ਮੈਕਰੋ ਇਕਨੋਮਿਕਸ ਦਾ ਮਤਲਬ ਕੀ ਹੈ, ਦੀ ਮੀਨਿੰਗ ਤੇ ਡੈਫੀਨੇਸ਼ਨ ਕੀ ਹੈ। Macro economics is defined as the branch of economics which studied economic activities included economic issues and economic problems at the economy as a whole। ਕਹਿੰਦੇ whole economy ਦੇ ਵਿੱਚ ਜੋ ਵੀ economic issues ਤੇ problem generate ਹੁੰਦੇ ਨੇ, ਉਹਨਾਂ ਦੇ solutions ਦੇ ਬਾਰੇ ਆਪਾਂ ਮੈਕਰੋ ਇਕਨੋਮਿਕਸ ਦੇ ਵਿੱਚ ਕੀ ਕਰਦੇ ਹਾਂ? ਗੱਲ ਕਰਦੇ ਹਾਂ। ਮੈਕਰੋ ਇਕਨੋਮਿਕ ਇਸ਼ੂਜ਼ ਕਿਹੜੇ ਕਿਹੜੇ ਹੁੰਦੇ ਨੇ? ਜਿਵੇਂ ਕਿ ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਐਗਰੀਗੇਟ ਇੰਪਲੋਇਮੈਂਟ, ਐਗਰੀਗੇਟ ਸੇਵਿੰਗ, ਐਗਰੀਗੇਟ ਇਨਵੈਸਟਮੈਂਟ, ਐਗਰੀਗੇਟ ਕੰਜ਼ੰਪਸ਼ਨ। ਮੀਨਸ ਜੋ ਸਾਰੀਆਂ ਫਰਮਸ ਨੇ, ਸਾਰੇ ਇੰਡੀਵਿਜੂਅਲਸ ਨੇ, ਸਾਰੇ ਪ੍ਰੋਡਿਊਸਰਸ ਨੇ, ਉਹਨਾਂ ਦੇ ਐਗਰੀਗੇਟਸ ਦੀ ਸਟੱਡੀ ਹੁੰਦੀ ਹੈ ਕਿ ਕਿੰਨੀ ਟੋਟਲ ਆਊਟਪੁੱਟ ਹੈ, ਕਿੰਨੀ ਸੇਵਿੰਗ ਹੈ, ਕਿੰਨੀ ਇਨਕਮ ਹੈ। ਠੀਕ ਹੈ, ਇਹ ਮੈਕਰੋ ਇਕਨੋਮਿਕਸ ਦੇ ਵਿੱਚ ਪੜ੍ਹਦੇ। ਜਿਹੜਾ ਮੈਕਰੋ ਵਰਡ ਹੈ ਇਹ ਗ੍ਰੀਕ ਵਰਡ ਤੋਂ ਬਣਿਆ ਹੈ। ਮੈਕਰੋਸ ਦਾ ਮਤਲਬ, ਗ੍ਰੀਕ ਵਰਡ ਮੈਕਰੋਸ ਤੋਂ ਬਣਿਆ ਹੈ। ਮੈਕਰੋਸ ਦਾ ਮਤਲਬ ਕੀ ਹੈ? ਲੈਂਗੁਏਜ ਮੀਨਸ ਲਾਰਜ। ਜਿਵੇਂ ਕਿ ਮਾਈਕਰੋ ਦੇ ਵਿੱਚ ਕੀ ਸੀਗਾ? ਦਿਸ ਇਜ਼ ਦਾ ਸਟੱਡੀ ਆਫ ਵਨ ਇੰਡੀਵਿਜੂਅਲ, ਵਨ ਯੂਨਿਟ, ਵਨ ਪ੍ਰੋਡਿਊਸਰਸ, ਵਨ ਕੰਜ਼ਿਊਮਰਸ। ਲੇਕਿਨ ਇਹ ਕੀ ਆ? ਹੋਲ ਇਕੋਨਮੀ ਦੇ ਵਿੱਚ ਸਾਰੇ ਪ੍ਰੋਡਿਊਸਰ, ਸਾਰੇ ਕੰਜ਼ਿਊਮਰ ਦੀ ਕੀ ਹੈ? ਸਟੱਡੀ ਹੈ। ਮਾਈਕਰੋ ਇਜ਼ ਅ ਸਮਾਲ ਟਰਮ ਐਂਡ ਮੈਕਰੋ ਇਜ਼ ਅ ਲਾਰਜ ਟਰਮ। ਠੀਕ ਹੈ, ਕਿਉਂਕਿ ਇਹਦੇ ਵਿੱਚ ਹੋਲ ਇਕੋਨਮੀ ਦੀ ਸਟੱਡੀ ਕੀਤੀ ਜਾਂਦੀ ਹੈ।
कहते मैक्रो इकनॉमिक्स मीनस इकनॉमिक्स ऑफ लार्ज डायमेंशनस, क्योंकि लार्ज लैवल पे होल इकोनॉमी की स्टडी की जाती है। अपनी इकोनॉमी नाल रिलेटेड जो भी प्रॉब्लम्स इशूज एंड कंसैप्ट्स ने वो सारे मैक्रो इकनॉमिक्स विच ही सॉल्व किए जाते हैं। तब कहते अकॉर्डिंग टू स्पीरो अपनी मैक्रो इकनॉमिक्स की डेफिनेशन है। स्पीरो की कहते हैं मैक्रो इकनॉमिक्स डील्स विद द फंक्शनिंग ऑफ द इकोनॉमी ऑफ होल। कहते होल इकोनॉमी दे विच जो भी फंक्शनिंग होंदी है, जो भी फंक्शनिंग मीन्स जो भी इकनॉमिक एक्टिविटीज़ होंदियां ने, चाहे इन्वेस्टमेंट आ, चाहे कंजम्पशन है, चाहे प्रोडक्शन है, ठीक है। तो इन्हां दी रिगार्डिंग्स जो भी इशूज ने उन्हां दे वर्क किहदे विच कीता जांदा है, मैक्रो इकनॉमिक्स ਦੇ ਵਿੱਚ ਕੀਤਾ ਜਾਂਦਾ ਹੈ। ਤਾਂ ਮੈਕਰੋ ਇਕਨੋਮਿਕਸ ਦੇ ਨਾਲ ਜਿਹੜੇ ਆਪਣੇ ਰਿਲੇਟਡ ਡਿਫਰੈਂਟ ਕਨਸੈਪਟਸ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਮੈਕਰੋ ਇਕਨੋਮਿਕਸ ਹੈ ਜੋ ਇਹ टू पार्ट्स ਦੇ ਵਿੱਚ ਇਹਨਾਂ ਨੂੰ ਬੋਲਿਆ ਜਾਂਦਾ ਕਿ ਮੈਕਰੋ ਇਕਨੋਮਿਕਸ ਡਿਪੈਂਡਿੰਗ ਅਪਨ ਦਾ ਇਕਨੋਮਿਕ ਰਿਲੇਸ਼ਨ ਤੇ ਡਿਪੈਂਡ ਕਰਦੀ ਆ। ਕਹਿੰਦੇ ਇੱਕ ਤਾਂ ਹੁੰਦਾ ਓਪਨ ਮੈਕਰੋ ਇਕਨੋਮਿਕਸ, ਇੱਕ ਹੁੰਦਾ ਕਲੋਜ਼ਡ ਮੈਕਰੋ ਇਕਨੋਮਿਕਸ। ਓਪਨ ਮੈਕਰੋ ਇਕਨੋਮਿਕਸ ਜਿਹਦੇ ਵਿੱਚ ਓਪਨ ਜੋ ਵੀ ਆਪਣੇ ਐਕਸਚੇਂਜਿਸ ਨੇ ਬਿਟਵੀਨ ਦ ਡਿਫਰੈਂਟ ਕੰਟਰੀਜ਼, ਇਹਦੇ ਵਿੱਚ ਡੋਮੈਸਟਿਕ ਦੇ ਨਾਲ ਨਾਲ ਇੰਟਰਨੈਸ਼ਨਲ ਲੈਵਲ ਤੇ ਵਰਲਡ ਲੈਵਲ ਤੇ ਆਪਾਂ ਨੂੰ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ, ਜੋ ਵੀ ਇਸ਼ੂਜ਼ ਕ੍ਰੀਏਟ ਹੁੰਦੇ ਨੇ, ਉਹਨਾਂ ਦਾ ਜੋ ਸੋਲੂਸ਼ਨਸ ਹੈ ਉਹ ਆਪਾਂ ਨੂੰ ਓਪਨ ਮੈਕਰੋ ਇਕਨੋਮਿਕਸ ਦੇ ਵਿੱਚ ਦਿੱਤਾ ਜਾਂਦਾ। ਓਪਨ ਦੇ ਵਿੱਚ ਕਿਉਂਕਿ ਆਪਣੀ ਇਕੋਨਮੀ ਖੁੱਲੀ ਹੁੰਦੀ ਆ, ਆਪਣੀ ਇਕੋਨਮੀ ਓਪਨ ਹੁੰਦੀ ਆ, ਆਪਾਂ ਇੰਟਰਨਲ ਮੀਨਸ ਡੋਮੈਸਟਿਕ ਪਲੱਸ ਇੰਟਰਨੈਸ਼ਨਲ ਜੋ ਇਸ਼ੂਜ਼ ਨੇ ਉਹਨਾਂ ਤੇ ਵਰਕ ਕਰਦੇ ਹਾਂ। एंड क्लोज इकोनॉमी क्लोज मैक्रो इकनॉमिक्स जिहदे विच सिर्फ आपां जो अपने इंटरनल इशूज ने, अपनी डोमैसटिक कंट्रीज के इशू ने, ठीक है, अपने डोमैसटिक कंट्रीज के जो भी इंप्लॉयमेंट नाल रिलेटेड प्रॉब्लम्स ने, जो भी एजुकेशन हैल्थ फैसिलिटीज़ नाल रिलेटेड प्रॉब्लम्स ने, जे असीं डोमैसटिक इशूज की गल करते हैं, उन्होंने प्रॉब्लम के सल्यूशनस की गल करते हैं, तो एक क्लोज इकोनॉमी क्लोज मैक्रो इकनॉमिक्स के विच आपां पढ़ते हैं। जबकि ओपन मैक्रो इकनॉमिक्स ਦੇ ਵਿੱਚ ਓਪਨ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਦੋਂ ਆਪਾਂ ਵਰਲਡ ਲੈਵਲ ਤੇ ਟ੍ਰੇਡ ਕਰਦੇ ਬਿਟਵੀਨ ਦ ਡਿਫਰੈਂਟ ਕੰਟਰੀਜ਼, ਤਾਂ ਡਿਫਰੈਂਟ ਟਾਈਪਸ ਆਫ ਜਿਹੜੀ ਸਾਨੂੰ ਪ੍ਰੋਬਲਮਸ ਨਹੀਂ ਆਉਂਦੀਆਂ ਨੇ। ਫੋਰ ਐਗਜ਼ਾਮਪਲ ਐਕਸਚੇਂਜ ਰੇਟਸ ਦੇ ਵਿੱਚ, ਬੈਲੈਂਸ ਆਫ ਟ੍ਰੇਡ ਦੇ ਵਿੱਚ, ਟੈਰਿਫ ਐਂਡ ਸਬਸਿਡੀਜ਼ ਐਂਡ ਇੰਪੋਰਟ ਕੋਟਾਸ। ਕਹਿੰਦੇ ਇੰਟਰਨੈਸ਼ਨਲ ਡਾਇਮੈਂਸ਼ਨਸ ਨੂੰ ਠੀਕ ਕਰਨ ਦੇ ਲਈ, ਬੀਓਪੀ ਨੂੰ ਫੇਵਰਲ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ, ਇੰਟਰਨੈਸ਼ਨਲ ਲੈਵਲ ਤੇ ਜੋ ਡਿਫਰੈਂਟ ਪਾਲਿਸੀਜ਼ ਬਣਾਉਣੀਆਂ ਪੈਂਦੀਆਂ ਨੇ, जो मॉनेटरी फिजिकल पॉलिसी एंड एक्सचेंज रेट पॉलिसी बनानी पैंती है। कहते वो किस चीज़ के लिए ओपन मैक्रो इकनॉमिक्स के विच जो अपना बाहर बिजनेस हो रहा उन्होंने सैट करने के लिए बनानिया पैंदियां ने। तो मैक्रो इकनॉमिक्स भी कहते टू वे दे नाल वर्क करती है, ओपन मैक्रो इकनॉमिक्स एंड क्लोज मैक्रो इकनॉमिक्स। जो सिर्फ आप अपने इंटरनल डोमैसटिक इशू देखते हैं, क्लोज मैक्रो इकनॉमिक्स जो आप अपनी इंडस्ट्री अपनी कंट्री तो बाहर डिफरेंट कंट्रीज नाल रिलेटेड जो भी सानू प्रॉब्लम्स आ रही ने उन्होंने सोल्यूशनस की गल करते हैं, जो भी उन्होंने रिलेटेड रूल रेगुलेशंस ते पॉलिसीज बनाने अपनी इकोनॉमी के विच ओपन मैक्रो इकनॉमिक्स। उस तो बाद नैक्सट कंसैप्ट अपना स्कोप ऑफ मैक्रो इकनॉमिक्स कि मैक्रो इकनॉमिक्स का स्कोप की है, मैक्रो इकनॉमिक्स के विच केड़ी-केड़ी जिहड़ियां चीज़ां ने असीं पढ़दे हां। जिवें कि मैक्रो इकनॉमिक्स कहते सानू अपने प्रीवियस पहला देखी है कि आंसर दिंदा है उन्हां चीज़ां दा जिहड़े साडे माइंड दे विच की ने क्वेश्चनस अराइज हो रहे हैं कि ये प्रॉब्लम है तो इसका मेन रीजन की है, वो रीजन नूं लभना ते उस रीजन ते वर्क करना तां जो प्रॉब्लम नूं घटाया जा सके। कहते इन्हां इशूज़ ते जिहड़ा मैक्रो इकनॉमिक्स है वो अपना वर्क करता तो होल अपनी पूरी इकोनॉमी दे विच जो भी प्रॉब्लम्स आ रही ने, जो भी मैक्रो इकनॉमिक्स जो भी प्रॉब्लम्स आ रही ने मैक्रो लैवल पे, ठीक है, लार्ज लैवल पे, तो वो सारे मैक्रो इकनॉमिक्स के जो प्रिंसीपल्स ने जो आप यूज़ करते हैं, गवर्नमेंट यूज़ करती है, उन्होंने थ्रू उन्होंने सल्यूशनस किया जा सकता है। दैन तुम देख सकते हो कि तुम पढ़ते हो मैक्रो इकनॉमिक्स के। फर्स्ट ऑफ ऑल थ्योरी ऑफ नैशनल इनकम। हुण साडी इकोनॉमी साडी कंट्री ਇਹਦੀ ਨੈਸ਼ਨਲ ਇਨਕਮ ਕਿੰਨੀ ਹੈ, ਜਿਹੜੀ ਨੈਸ਼ਨਲ ਇਨਕਮ ਦਾ ਪ੍ਰਿੰਸੀਪਲ ਹੈ, ਥਿਊਰੀ ਹੈ, ਉਹ ਆਪਾਂ ਮੈਕਰੋ ਇਕਨੋਮਿਕਸ ਦੇ ਵਿੱਚ ਪੜ੍ਹਦੇ ਹਾਂ ਕਿ ਵਟ ਇਜ਼ ਨੈਸ਼ਨਲ ਇਨਕਮ। ਤੇ ਨੈਸ਼ਨਲ ਇਨਕਮ ਨੂੰ ਆਪਾਂ ਇਹਦੇ ਡਿਫਰੈਂਟ ਐਲੀਮੈਂਟਸ ਕੀ ਨੇ, ਆਪਾਂ ਇਹਨਾਂ ਨੂੰ ਮੈਥਡਸ ਕੀ ਨੇ ਨੈਸ਼ਨਲ ਇਨਕਮ ਦੇ ਮੇਜਰਮੈਂਟ ਤੇ, ਐਂਡ ਜੋ सोशल अकाउंटिंग कितनी है मैथड्स, जिमें कि तुम देखते हो कि 3 मैथड्स ने, ठीक है, प्रोडक्ट मैथड, वैल्यू एडेड मैथड, रेवन्यू मैथड। तो कहते ये डिफरेंट मैथड्स के थ्रू आप जी नैशनल इनकम कैलकुलेट करते हैं, इन्हू मेजरमेंट करने के मैथड्स, नैशनल इनकम इनक्रीज के जो डिफरेंट एलीमेंट्स ने कि नैशनल इनकम कितना जनरेट होंगी है, सानू कितों कितों जी इनकम है वो मिल रही है,
ਇਹ ਸਾਰੀ ਜਿਹੜੀ ਥਿਊਰੀ ਹੈ ਆਫ ਨੈਸ਼ਨਲ ਇਨਕਮ ਦੀ, ਇਹ ਮੈਕਰੋ ਇਕਨੋਮਿਕਸ ਦੇ ਵਿੱਚ ਕੀ ਕੀਤੀ ਜਾਂਦੀ ਹੈ, ਸਟੱਡੀ ਕੀਤੀ ਜਾਂਦੀ ਹੈ, ਜਿਹਦੇ ਥਰੂ ਆਪਾਂ ਆਪਣੀ ਨੇਸ਼ਨ ਦੀ, ਆਪਣੀ ਕੰਟਰੀ ਦੀ ਜਿਹੜੀ ਨੈਸ਼ਨਲ ਇਨਕਮ ਹੈ ਇਹਨੂੰ ਕੀ ਕਰ ਸਕਦੇ ਹਾਂ, कैलकुलेट कर सकते हैं। तो सानू नैशनल इनकम मीनस अपनी कंट्री दी जो स्टेटस है, सिचुएशन है कि ग्रोथ रेट इंक्रीज होया है या डिक्रीज होया है, नैशनल इनकम साडी इंक्रीज हुई है प्रीवियस ईयर्स के नालों या डिक्रीज हुई है, उस सारे दा पता अपनी मैक्रो इकनॉमिक्स दे विच नैशनल इनकम नू कैलकुलेट करके ही लगता है। थ्योरी ऑफ एम्प्लॉयमेंट नैक्सट इज कि जी मैक्रो इकनॉमिक्स दे विच थ्योरी ऑफ एम्प्लॉयमेंट पढ़ी जाती है, प्रिंसीपल इंप्लॉयमेंट का। तो थ्योरी ऑफ इंप्लॉयमेंट की सानू क्यों लोड़ है, क्यों असी थ्योरी ऑफ इंप्लॉयमेंट पढ़ते हैं, क्योंकि जो अनइंप्लॉयमेंट जी अपनी इकॉनमी के इंक्रीज होंगी है मैनी कॉजेज के करके, कहते ये प्रॉब्लम आप प्रॉब्लम का सल्यूशन कर सकते हैं अगर आपू इंप्लॉयमेंट की थ्योरी के बारे नॉलेज हो कि किदा जी अपनी इंप्लॉयमेंट आपू जनरेट कर सकते हैं। जिमें कि तुहानू पता है कि अगर आपने इंप्लॉयमेंट इंक्रीज करनी है तो आपको डिमांड इंक्रीज करनी पैगी, जब अफेक्टिव डिमांड इंक्रीज होएगी तो एग्रीगेट सप्लाई इंक्रीज होएगी, एग्रीगेट कंजम्पशन इंक्रीज होएगी, तो एग्रीगेट इन्वेस्टमेंट तो फिर सेविंग इंक्रीज होएगी। कहते इस तरह जो अपना सर्कल है, अपना सर्कल फ्लो है वो गुड्स की प्रोडक्शन का इंक्रीज होएगा, जिहदे थ्रू इंप्लॉयमेंट इंक्रीज होएगी। कहते ये डिफरेंट डिफरेंट जो प्रिंसिपल्स ने इंप्लॉयमेंट नाल रिलेटेड वो भी अपने मैक्रो इकनॉमिक्स के विच ही पढ़े जाते हैं। उस तो बाद है थ्योरी ऑफ मनी। कहते मनी ना रिलेटेड जो है अपनी मनी ना रिलेटेड थ्योरी है मॉनेटरी सिस्टम, मॉनेटरी पॉलिसी। कहते वो भी आप कि पढ़ते हैं मैक्रो इकनॉमिक्स विच ही पढ़ते हैं, क्योंकि जो किसी भी गुड का प्राइस चेंज होता है या फिर किसी भी गुड की डिमांड चेंज होती है तो वह मेन रीजन की होंगे मॉनेटरी पॉलिसी होंगे, मनी का इनक्रीज या डिक्रीज होना होता है। क्योंकि जो अपनी इकॉनमी में मनी इनक्रीज या डिक्रीज हो जाती है तो वो गुड्स की डिमांड पर इफैक्ट पैंता है, गुड्स की डिमांड इनक्रीज डिक्रीज हो जाती ने, जिदे ऑटोमैटिकली जो प्राइस है वो इनक्रीज से डिक्रीज होएगा, जिदे इन्फ्लेशन से डिफ्लेशन होता है। कहते जो अपना मॉनेटरी सिस्टम है कि हाथ होंगे, बैंकिंग सिस्टम के हाथ होंगे, गवर्नमेंट के अंदर होंगे, कमर्शियल बैंक्स ते RBI रिजर्व बैंक ऑफ इंडिया के हैंड। नैक्सट थ्योरी ऑफ जनरल प्राइस लैवल। कहते जो चेंज इन जनरल प्राइस लैवल किया जाता है, चेंज जो अपना प्राइस है सैटअप किया जाता है, कहते ये भी मैक्रो इकनॉमिक्स के ही किया जाता है। कहते ये किया बहुत इंपॉर्टेंट इशू है जोड़ा डे बाय डे जनरेट हो रहा है, क्योंकि जो अपना प्राइसिस ने ये इंक्रीज होंगे जा रहे हैं, तो प्राइस जो लैवल है कितने फिक्स किया जा रहा है, जिमें कि आप जानते हैं कि इक्विलिब्रियम प्राइस उत्थे फिक्स होएगा जिथे डिमांड ते सप्लाई गुड्स की होंगी है इक्वल होंगी है। तब कहते प्राइस डिटरमिनेशन के रिलेटेड जो डिफरेंट डिफरेंट थ्योरीज ने मैक्रो इकनॉमिक्स के दित्तियां जा रही हैं, जिमें कि क्लासिक थ्योरी ऑफ डिटरमिनेशन ऑफ इनकम एंड इंप्लॉयमेंट, एंड उस तो बाद है अपनी केन्जियन थ्योरी ऑफ इनकम एंड इंप्लॉयमेंट, जिहदे विच प्राइसिस की गल की गई है कि प्राइसिस कितना फिक्स होना चाहिए है, तो इन्फ्लेशन तो डिफ्लेशन जिहदे थ्रू आपां कंट्रोल कर सकते हैं। नैक्सट इकनॉमिक ग्रोथ एंड डेवलपमेंट। कहते ये अपनी जी स्टडी ऑफ प्रॉब्लम्स रिलेटेड टू इकनॉमिक ग्रोथ एंड इंक्रीज इन पर कैपिटल रियल इनकम, जी मैक्रो इकनॉमिक्स के प्रॉब्लम आ रही है मोस्टली कि ग्रोथ रेट कितना है या डेवलपमेंट कितनी है, उस प्रॉब्लम को सॉल्व करने के लिए या फिर कैलकुलेट करने के लिए ग्रोथ रेट एंड इकनॉमिक ग्रोथ डेवलपमेंट, तब आपको मैक्रो इकनॉमिक्स की स्टडी जरूरी है। क्योंकि ग्रोथ प्रॉब्लम्स रिलेटेड जो भी कहते अंडर डिवेलप इकॉनमी के प्रॉब्लम्स आउंदियां ने, आपां मैक्रो इकनॉमिक्स की स्टडी करके इन्हों सॉल्व कर सकते हैं। क्योंकि ग्रोथ रेट सानू पता लगता है कि किसी भी कंट्री का ग्रोथ रेट की है, जिवें रिच एंड पुअर कंट्रीज के डिवाइड किया जा सकता है ग्रोथ रेट के अकॉर्डिंग। एंड बिजनेस साइकल्स कहते मेन जो प्रॉब्लम्स आ रही है बिजनेस साइकल्स की प्राइसिस एकदम बढ़ जाना या घट जाना, कहते जो अप्स एंड डाउनस आते हैं प्राइस के टाइम टू टाइम्स, कहते उन्होंने कितना स्टेबल करना है इकॉनमी के कि कितना जो बिजनेस साइकिल नाल रिलेटेड मेजर इशूज आ रहे हैं, ते उन इंपॉर्टेंट इंपॉर्टेंस मेजर बिजनेस साइकिल के रीजंस विद एंड इंपॉर्टेंट इशू को कितना सॉल्व करना, उसका सारा आपको जो है सॉल्यूशंस वो भी मैक्रो इकनॉमिक्स के ही मिलता है। उस तो बाद थ्योरी ऑफ इंटरनेशनल ट्रेड। कहते इंटरनेशनल ट्रेड के
ਜਿਹੜੀਆਂ ਥਿਊਰੀਜ਼ ਨੇ ਉਹਨਾਂ ਦੇ ਬਾਰੇ ਵੀ ਸਾਨੂੰ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਪਤਾ ਚੱਲਦਾ ਹੈ, ਜਿਵੇਂ ਕਿ ਇੰਟਰਨੈਸ਼ਨਲ ਟ੍ਰੇਡਸ ਦੇ ਵਿੱਚ ਟੈਰਿਫ ਪ੍ਰੋਟੈਕਸ਼ਨਸ, ਕਿਉਂਕਿ ਗਵਰਨਮੈਂਟ ਆਪਣਾ ਸੈਕਟਰ ਟੈਰਿਫ ਲਗਾਉਂਦਾ ਹੈ, ਆਪਣਾ ਜੋ ਵੀ ਹੈ ਇੰਪੋਰਟ ਐਕਸਪੋਰਟ ਕੋਟਾ ਫਿਕਸ ਕਰਦਾ ਹੈ। ਕਹਿੰਦੇ ਇਹਦੇ ਵਿੱਚ ਸੈਂਟਰਲ ਇਸ਼ੂਜ਼ ਆ ਜਾਂਦੇ ਨੇ, ਠੀਕ ਹੈ, ਜੋ ਸੈਂਟਰ ਗਵਰਨਮੈਂਟ ਦੇ ਥਰੂ ਕੀਤੇ ਜਾ ਰਹੇ ਨੇ, ਕਿਉਂਕਿ ਸੈਂਟਰ ਗਵਰਨਮੈਂਟ ਇਜ਼ ਅ ਪਾਰਟ ਆਫ ਮੈਕਰੋ ਇਕਨੋਮਿਕਸ। ਤਾਂ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਨਾਲ ਜੋ ਰਿਲੇਟਡ ਜੋ ਵੀ ਇਸ਼ੂਜ਼ ਹੁੰਦੇ ਨੇ ਜਾਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਵੀ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਸੋਲਵ ਕੀਤਾ ਜਾਂਦਾ ਹੈ। ਨੈਕਸਟ, ਇੰਟਰਸਟ रेट्स एंड मॉनेटरी पॉलिसी। कहते मॉनेटरी पॉलिसी एंड इंटरस्ट रेट, कहते इन्हां दा डायरैक्ट रिलेशनशिप है, क्योंकि इंटरस्ट जो आपां कैपिटल के बदले पे करते हैं, इंटरस्ट का मेन इफैक्ट पैंदा है कैपिटल इन्वेस्टमेंट ते कंजम्पशन ते। अगर तां इंटरस्ट रेट घट होएगा तां कैपिटल लोग ज़्यादा लोन ते लैणगे, अगर इंटरस्ट रेट ज़्यादा होएगा तो कैपिटल वो घट लैणगे, जिहदे थ्रू कंजम्पशन ते इन्वेस्टमेंट घटेगी ते डिमांड ते भी की पेगा, इफैक्ट पेगा। तद कहते जो इंटरस्ट रेट है वो किसके हाथ के होंगे, मॉनेटरी पॉलिसी के थ्रू बैंक्स के हाथ के होंगे, कमर्शियल बैंक्स आरबीआई के अंडर होंगे, क्योंकि आरबीआई जो इंटरस्ट रेट है वो की करता फिक्स करता, तो इंटरस्ट रेट उत्थे ही फिक्स किया जाता जिथे मनी की सप्लाई ते डिमांड की होंगी आ इक्वल होंगी आ। ठीक है, इंटरस्ट रेट के चेंज आता रहता है अकॉर्डिंग टू डिमांड एंड मॉनेटरी पॉलिसी। तब कहते गवर्नमेंट अपनी मॉनेटरी पॉलिसी के थ्रू जी अपनी सप्लाई है जो उन्होंने इंक्रीज डिक्रीज करनी हो मनी की, तदों इंटरस्ट रेट चेंज करके जो भी अपन प्रॉब्लम्स ने उन्होंने सॉल्व कर सकते हैं। एंड दिस इज़ अ मेजर जो इकनॉमिक इशूज से जे आप मैक्रो इकनॉमिक्स के करते हैं पढ़ते हैं। कहते मेजर मैक्रो इकनॉमिक इशूज के किस चीज़ की गल की है, जिवें कि अपना टॉपिक ही है इशूज एंड कंसैप्ट। कहते व्हाई डू वी नीड मैक्रो इकनॉमिक्स, कि क्यों असीं मैक्रो इकनॉमिक्स पढ़ते हैं, इज नॉट माइक्रो इकनॉमिक्स इनफ टू अंडरस्टैंड। ਜਿਹੜੀ ਆਪਾਂ ਨੇ ਪਹਿਲਾਂ ਮਾਈਕਰੋ ਇਕਨੋਮਿਕਸ ਪੜ੍ਹੀ ਸੀ, ਕਿ ਕਹਿੰਦੇ ਉਹ ਇਨਫ ਨਹੀਂ ਸੀਗੀ ਇਕਨੋਮਿਕਸ ਦੇ ਲਈ, ਕਹਿੰਦੇ ਨਹੀਂ, ਕਹਿੰਦੇ ਕਿਉਂਕਿ ਉਹ ਸਮॉल ਲੈਵਲਸ ਤੇ ਸਟੱਡੀ ਕਰਦੀ ਹੈ ਡਿਫਰੈਂਟ ਜਿਹੜੇ ਇੰਡੀਵਿਜੂਅਲ ਸੀ ਉਹਨਾਂ ਦੀ। ਕਹਿੰਦੇ ਮੈਕਰੋ ਇਕਨੋਮਿਕਸ ਵੀ ਅਪਰੋਚ ਇਕਨੋਮਿਕ ਪ੍ਰੋਬਲਮਸ ਫॉर द व्यू पॉइंट ऑफ इंडिविजुअल इकनॉमिक एंटिटी लाइक फूड इंडस्ट्री, फूड प्रोडक्शन एंड क्लोथ मैन्युफैक्चरिंग। कहते ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਮਾਈਕਰੋ ਇਕਨੋਮਿਕਸ ਦੇ ਵਿੱਚ, ਉਹਦੇ ਵਿੱਚ ਸਿਰਫ ਆਪਾਂ ਇੱਕ ਪਰਸਨ, ਇੱਕ ਵਨ ਇੰਡੀਵਿਜੂਅਲਸ ਦੇ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਤੇ ਇਸ਼ੂ ਸੀ ਉਹਨਾਂ ਦੀ ਗੱਲ ਕਰਦੇ ਸੀ, ਜਿਵੇਂ ਕਿ ਆ ਕੰਜ਼ਿਊਮਰ, ਆ ਪ੍ਰੋਡਿਊਸਰ, ਆ ਫਰਮ, ਆ ਇੰਡਸਟਰੀ, ਇਹਨਾਂ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਆਉਂਦੀਆਂ ਸੀਗੀਆਂ ਆਪਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਸੀ, ਕਿ ਕਿਸ ਤਰ੍ਹਾਂ ਕੰਜ਼ਿਊਮਰਸ मोर सैटिस्फैक्शन गेन कर सकता है, किस तरह जो प्रोड्यूसर है वो लैस कॉस्ट से अपनी जी आउटपुट है इंक्रीज कर सकता, किस तरह एक इंडस्ट्री है जी वो प्रॉफिट गेन कर सकती है। लेकिन मैक्रो इकनॉमिक्स के विच पूरी इकोनॉमी की गल हो रही है, सारिया फर्म्स, सारे इंडिविजुअल्स, सारे कंज्यूमर्स, सारे प्रोड्यूसर्स, उन्होंने एग्रीगेट की गल हो रही है। कहते इन्होंने एग्रीगेट्स नूं देखण दे लई, पूरी इकोनॉमी नूं देखण दे लई कहते लार्ज लैवल ते इकनॉमिक्स की स्टडी करना जरूरी सी। वो किहदे विच आपां करदे हां, मैक्रो इकनॉमिक्स दे विच करदे हां। कहंदे सम मेजर मैक्रो इकनॉमिक इशूज दैट द पॉइंट टू नीड टू फॉर द मैक्रो इकनॉमिक्स इज अ स्पैशलाइज्ड ब्रांच ऑफ स्टडी। कहंदे जिहड़ी मैक्रो इकनॉमिक्स है ਉਹਦਾ ही माइक्रो इकनॉमिक्स की है एक पार्ट है। फॉर एग्जाम्पल आपां सारे जिहड़े इंडिविजुअल्स आ वो की अलग अलग परसनस आ इंडिविजुअल ਆਪਾਂ ਨੂੰ ਕੀ ਮਿਲਦੀ ਆ, ਕੰਮ ਦੇ ਬਦਲੇ ਪਰ ਕੈਪੀਟਲ ਇਨਕਮ ਮਿਲਦੀ ਆ, ਆਪਾਂ ਨੂੰ ਇਨਕਮ ਮਿਲਦੀ ਆ ਆਪਣੀ ਪਰਸਨਲ ਹੋ ਗਈ, ਠੀਕ ਹੈ, ਦੈਟ ਇਜ਼ ਅ ਮਾਈਕਰੋ। ਲੇਕਿਨ ਅਗਰ ਆਪਾਂ ਸਾਰੇ ਪਰਸਨ ਦੀ ਇਨਕਮ ਨੂੰ, ਪਰ ਕੈਪੀਟਲ ਇਨਕਮ ਨੂੰ ਕੈਲਕੂਲੇਟ ਕਰ ਲੈਂਦੇ ਆ ਤਾਂ ਇੱਕ ਕੰਟਰੀ ਦੀ ਇਨਕਮ ਬਣ ਜਾਂਦੀ ਆ। ਕਹਿੰਦੇ ਇਹ ਸਾਰੇ ਜੇ ਆਪਾਂ ਨੇ ਇਕਨੋਮੀ ਦੀ ਇਨਕਮ ਦੱਸਣੀ ਆ ਤਾਂ ਆਪਾਂ ਨੂੰ ਮੈਕਰੋ ਇਕਨੋਮਿਕਸ ਪੜ੍ਹਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜੀ ਮਾਈਕਰੋ ਹੈ ਉਹ ਇੱਕ ਸਿਰਫ 1 यूनिट स्मॉल यूनिट तक ही रह जाती है, ठीक है। आ कंज्यूमर, आ प्रोड्यूसर्स, आ फर्म एंड इंडस्ट्री, तो सिर्फ उन्होंने बारे पढ़ती आ कि किस तरह प्रॉफिट ज़्यादा हो, किस तरह यूटिलिटी ज़्यादा मिले। लेकिन जी मैक्रो इकनॉमिक्स है ये सारे कंज्यूमर, सारे प्रोड्यूसर, सारी फर्म्स मीनस होल इकोनॉमी दियां जो भी प्रॉब्लम्स ने उन्होंने की करती है स्टडी करते हैं। पर आप किहड़े इशूज ने जिहड़े मेजर इशूज ने आप उन्होंने बारे मैक्रो इकनॉमिक्स के विच पढ़ते हैं। फर्स्ट इज ग्रोथ एंड डेवलपमेंट। कहते मेन कहते की पैरामीटर की है मैक्रो इकनॉमिक्स है कि किस तरह आपां अपनी इकोनॉमी दे विच जिहड़ी ग्रोथ ते डेवलपमेंट नाल रिलेटेड प्रॉब्लम्स आ रही ने उन्हां दा सल्यूशन किया जाए।
ਤੇ ਕਿਸ ਤਰ੍ਹਾਂ ਜਿਹੜੀ ਗਰੋਥ ਰੇਟ ਆ ਤੇ ਡਿਵੈਲਪਮੈਂਟ ਆ ਉਹਨੂੰ ਇਨਕਰੀਜ਼ ਕੀਤਾ ਜਾਵੇ। ਕਹਿੰਦੇ ਇਹਦੇ ਲਈ ਕਹਿੰਦੇ ਰਿਚ ਐਂਡ ਜਿਹੜੇ ਪੂਅਰਸ ਨੇ ਉਹਨਾਂ ਦੇ ਵਿੱਚ ਕਹਿੰਦੇ ਡਿਫਰੈਂਸ ਹੈ, ਜੋ ਅਨਇਕੁਐਲਿਟੀ ਆ ਉਹਨੂੰ ਕਿੱਦਾਂ ਘਟਾਇਆ ਜਾ ਸਕੇ, ਤਾਂ ਇਹਨਾਂ ਨੂੰ ਇਕੁਅਲ ਰਾਈਟਸ ਕਿੱਦਾਂ ਮਿਲ ਸਕਣ। ਜਿਵੇਂ ਕਿ ਪੂਅਰਸ ਨੂੰ ਫੈਸਿਲਿਟੀਜ਼ ਜ਼ਿਆਦਾ ਦੇਣਾ ਗਵਰਨਮੈਂਟ ਦੇ ਥਰੂ, ਠੀਕ ਆ, ਉਹਨਾਂ ਦੇ ਲਈ ਪਾਲਿਸੀਜ਼ ਬਣਾਉਣਾ, ਰੂਲਸ ਬਣਾਉਣਾ, ਤਾਂ ਜੋ ਉਹਨਾਂ ਦੇ ਵਿੱਚ ਤੇ ਇਕੁਅਲ ਹੋ ਜਾਣ ਤੇ ਇਹਦੇ ਥਰੂ ਆਪਣੀ ਜਿਹੜੀ ਇਕਨੋਮਿਕਸ ਗਰੋਥ ਹੈ ਤੇ ਡਿਵੈਲਪਮੈਂਟ ਆ ਉਹ ਕੀ ਹੋ ਸਕੇ, ਇਨਕਰੀਜ਼ ਹੋ ਜਾਵੇ। ਕਹਿੰਦੇ ਗਰੋਥ ਤੇ ਡਿਵੈਲਪਮੈਂਟ ਦੇ ਲਈ ਜਿਹੜੇ ਆਪਣੇ ਜੋ ਵੀ ਸਟੈਪਸ ਨੇ ਉਹ ਆਪਣੇ ਮੋਸਟਲੀ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਗਵਰਨਮੈਂਟਸ ਦੇ ਥਰੂ ਕੀ ਆ ਚੱਕੇ ਜਾਂਦੇ ਨੇ। ਤੇ ਗਰੋਥ ਤੇ ਜਿਹੜਾ ਡਿਵੈਲਪਮੈਂਟ ਆ ਉਹ ਮੇਨ ਕੀ ਫੈਕਟਰ ਹੈ ਕਿ ਕਿਸ ਤਰ੍ਹਾਂ ਇਨਕਰੀਜ਼ ਹੋਵੇ। ਕਹਿੰਦੇ ਇਹਦੇ ਨਾਲ ਨਾਲ ਇਨਵਾਇਰਮੈਂਟ ਡਿਗਰੇਸ਼ਨ, ਕੀ ਸਾਡਾ ਜਿਹੜਾ ਇਨਵਾਇਰਮੈਂਟ ਆ ਉਹ ਵੀ ਡਿਗਰੇਡ ਨਾ ਹੋਵੇ, ਜਿਹੜੇ ਐਕਸਪਲੋਇਟੇਸ਼ਨ ਆਫ ਰਿਸੋਰਸਿਸ ਹੋ ਰਹੀ ਉਹ ਵੀ ਨਾ ਹੋਵੇ। ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ ਪ੍ਰੈਜ਼ੈਂਟ ਟਾਈਮਸ ਜ਼ਿਆਦਾ ਹੋ ਰਹੀ ਹੈ ਕਿਉਂਕਿ ਜਿਹੜੇ ਰਿਸੋਰਸਿਸ ਨੇ ਉਹਨਾਂ ਦੀ ਕੀ ਆ ਸਕਾਰਸਿਟੀ ਆ, ਲੇਕਿਨ ਜਿਹੜੀਆਂ ਆਪਣੀਆਂ ਡਿਮਾਂਡਸ ਨੇ, ਪ੍ਰੋਡਕਸ਼ਨ ਹੈ, ਬਹੁਤ ਜ਼ਿਆਦਾ ਕਰਨੀ ਪੈਂਦੀ ਆ। ਜਿਹੜੇ ਰਿਸੋਰਸਿਸ ਨੇ ਉਹ ਇੰਨੇ ਨਹੀਂ ਹੈਗੇ, ਜਿਹਦੇ ਕਰਕੇ ਜਿਹੜਾ ਆਪਣਾ ਡਿਫਰੈਂਟ ਟਾਈਪਸ ਆਫ ਪ੍ਰੋਬਲਮਸ ਨੇ, ਚਾਹੇ ਇਨਫਲੇਸ਼ਨ ਹੈ, ਉਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਕੀ ਨੇ ਆ ਰਹੀਆਂ ਨੇ। ਤਾਂ ਮੇਨ ਮੋਟਿਵ ਕੀ ਆ ਕਿ ਗਰੋਥ ਰੇਟ ਤੇ ਡਿਵੈਲਪਮੈਂਟ ਇਨਕਰੀਜ਼ ਹੋਵੇ, ਪਰ ਆਪਾਂ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਇਸ ਤਰ੍ਹਾਂ ਯੂਜ਼ ਕਰੀਏ, ਸਸਟੇਨੇਬਲ ਡਿਵੈਲਪਮੈਂਟ ਕਰੀਏ। ਕਿ ਸਸਟੇਨੇਬਲ ਡਿਵੈਲਪਮੈਂਟ ਮੀਨਸ ਕਿ ਜਿਹੜੇ ਆਪਣੇ ਰਿਸੋਰਸਿਸ ਨੇ ਉਹ ਪ੍ਰੈਜ਼ੈਂਟ ਟਾਈਮ ਵੀ ਆਪਾਂ ਯੂਜ਼ ਕਰ ਸਕੀਏ ਤੇ ਫਿਊਚਰਸ ਦੇ ਲਈ ਵੀ ਉਹਨਾਂ ਨੂੰ ਸੇਵ ਰੱਖ ਸਕੀਏ, ਆਉਣ ਵਾਲੀ ਜਨਰੇਸ਼ਨ ਦੇ ਲਈ ਵੀ, ਠੀਕ ਹੈ, ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨਸ ਕਰ ਸਕੀਏ। ਤੇ ਕਹਿੰਦੇ ਸਸਟੇਨੇਬਲ ਡਿਵੈਲਪਮੈਂਟ ਮੇਨ ਫੋਕਸ ਹੈ ਆਪਣਾ ਮੈਕਰੋ ਇਕਨੋਮਿਕਸ ਦਾ। ਸੈਕੰਡ ਇਜ਼ ਆ ਇੰਪਲੋਇਮੈਂਟ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਪਲੋਇਮੈਂਟ ਜਿਹੜੀ ਡੇ ਬਾਈ ਡੇ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ ਕਿਉਂਕਿ ਟੈਕਨੋਲੋਜੀ ਕੈਪੀਟਲ ਇੰਟੈਂਸਿਵ ਟੈਕਨੀਕਸ ਨੇ ਜਿਹੜੀਆਂ ਇਹ ਜ਼ਿਆਦਾ ਇਹਨਾਂ ਦੀ ਆਪਾਂ ਵਰਤੋਂ ਕਰਨ ਲੱਗਿਆ ਪ੍ਰੋਡਕਸ਼ਨ ਦੇ ਵਿੱਚ, ਕਿਉਂਕਿ ਇਹਨਾਂ ਦੇ ਥਰੂ ਜਿਹੜੀ ਕਾਸਟ ਹੈ ਆਪਣੀ ਕੀ ਹੁੰਦੀ ਹੈ, ਘੱਟ ਹੁੰਦੀ ਹੈ, ਤੇ ਜਿਹੜੀ ਪ੍ਰੋਡਕਸ਼ਨ ਆਪਣੀ ਕੀ ਹੁੰਦੀ ਆ, ਜ਼ਿਆਦਾ ਹੁੰਦੀ ਆ। ਕਹਿੰਦੇ ਇਕੁਅਲੀ ਕਹਿੰਦੇ ਇੰਪੋਰਟੈਂਟ ਜਿਹੜੇ ਇਸ਼ੂਜ਼ ਨੇ ਇੰਪਲੋਇਮੈਂਟ ਨਾਲ ਰਿਲੇਟਡ ਉਹ ਡਿਵੈਲਪ ਕੰਟਰੀਜ਼ ਦੇ ਵਿੱਚ ਵੀ ਆਉਂਦੇ ਨੇ, ਯੂਕੇ ਐਂਡ ਯੂਐਸਏ। ਉਹਦੇ ਵਿੱਚ ਵੀ ਕਹਿੰਦੇ ਅਨਇੰਪਲੋਇਮੈਂਟ ਡਿਫਰੈਂਟ ਟਾਈਪਸ ਆਫ ਅਨਇੰਪਲੋਇਮੈਂਟ ਹੈ ਜਿਹੜੀ ਪਾਈ ਜਾਂਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਨਇੰਪਲੋਇਮੈਂਟ ਹੈ ਕਿ ਬਹੁਤ ਸਾਰੀਆਂ ਟਾਈਪਸ ਨੇ, ਡਿਸਗਾਈਜ਼ ਅਨਇੰਪਲੋਇਮੈਂਟ, ਫ੍ਰਿਕਸ਼ਨਲ ਅਨਇੰਪਲੋਇਮੈਂਟ, ਸਟਰਕਚਰਲ ਅਨਇੰਪਲੋਇਮੈਂਟ, ਵਾਈਟ ਕਲਰ ਅਨਇੰਪਲੋਇਮੈਂਟ, ਠੀਕ ਹੈ। ਤੇ ਇਹ ਜਿਹੜੀਆਂ ਸਾਰੀ ਟਾਈਪਸ ਆਫ ਅਨਇੰਪਲੋਇਮੈਂਟਸ ਨੇ ਇਹ ਕੰਟਰੀਜ਼ ਦੇ ਅਕੋਰਡਿੰਗਸ ਜਾਂ ਫਿਰ ਆਪਣੇ ਏਰੀਆ ਦੇ ਅਕੋਰਡਿੰਗਸ ਕੀ ਨੇ ਪਾਈ ਜਾਂਦੀ ਨੇ। ਤਾਂ ਇਸ ਤਰ੍ਹਾਂ ਦਾ ਸੋਲੂਸ਼ਨਸ ਕਿੱਦਾਂ ਕੀਤਾ ਜਾ ਸਕੇ, ਕਿਸ ਤਰ੍ਹਾਂ ਜਿਹੜਾ ਆਪਣਾ ਅਨਸਕਿਲਡ ਲੇਬਰ ਹੈ, ਜਿਹੜੀ ਅਨਇੰਪਲੋਇਡ ਲੇਬਰਾਂ ਨੂੰ ਕੈਜੂਅਲ ਵਰਕ ਦਿੱਤਾ ਜਾ ਸਕੇ, ਐਜ਼ ਏ ਵੇਜ ਰੇਟ ਪ੍ਰੋਵਾਈਡ ਕੀਤੀ ਜਾ ਸਕੇ ਤਾਂ ਜੋ ਇੰਪਲੋਇਮੈਂਟ ਇਨਕਰੀਜ਼ ਹੋ ਸਕੇ। ਇਹ ਅਨਇੰਪਲੋਇਮੈਂਟ ਨੂੰ ਖਤਮ ਕਰਕੇ ਇੰਪਲੋਇਮੈਂਟ ਇਨਕਰੀਜ਼ ਕਰਨ ਦੇ ਲਈ ਗਵਰਨਮੈਂਟ ਨੇ ਡਿਫਰੈਂਟ ਟਾਈਪ ਜਿਹੜੀਆਂ ਆਪਣੀਆਂ ਵੇਜ ਰੇਟ ਫਿਕਸ ਕੀਤੇ ਨੇ, ਠੀਕ ਹੈ। ਆਪਣੇ ਜਿਹੜਾ ਨਰੇਗਾ ਸਕੀਮ ਨਰੇਗਾ 2005 ਕਹਿੰਦੇ ਜਿਹੜੀ ਆਪਣੀ ਐਕਟ ਪਾਸ ਕੀਤਾ, ਜਿਹਦੇ ਥਰੂ 1 ਈਅਰਸ ਦੇ ਵਿੱਚ 100 ਡੇਜ਼ ਹਰ ਵਰਕ ਜਿਹੜਾ ਆਪਣਾ ਇੱਕ ਫੈਮਿਲੀ ਦਾ ਇੱਕ ਮੈਂਬਰ ਆ ਉਹਨੂੰ ਵਰਕ ਪ੍ਰੋਵਾਈਡ ਕੀਤਾ ਜਾ ਰਿਹਾ ਹੈ, ਠੀਕ ਹੈ। ਇਹ ਇੰਪਲੋਇਮੈਂਟ ਦੀਆਂ ਜੋ ਸਕੀਮਸ ਨੇ ਮੈਕਰੋ ਇਕਨੋਮਿਕਸ ਦੇ ਵਿੱਚ ਗਵਰਨਮੈਂਟ ਨੇ ਹੀ ਕੀ ਕੀਤੀਆਂ ਨੇ, ਪ੍ਰੋਵਾਈਡ ਕੀਤੀਆਂ ਨੇ। ਅਨਇੰਪਲੋਇਮੈਂਟ ਨਾਲ ਰਿਲੇਟਡ ਜੋ ਵੀ ਇਸ਼ੂਜ਼ ਨੇ ਉਹਨਾਂ ਨੂੰ ਉਹਨਾਂ ਦਾ ਸੋਲੂਸ਼ਨ ਦਿੱਤਾ ਹੈ। ਨੈਕਸਟ ਇਜ਼ ਅ ਬਿਜ਼ਨਸ ਸਾਈਕਲਸ। ਜਿਵੇਂ ਕਿ ਤੁਸੀਂ ਜਾਣਦੇ ਹੋ ਇਕਨੋਮਿਕ ਐਕਟੀਵਿਟੀਜ਼ ਆ ਜਿਹੜੀ ਉਹ ਆਲਵੇਜ਼ ਸਟੇਬਲ ਨਹੀਂ ਰਹਿੰਦੀ, ਉਹਦੇ ਵਿੱਚ ਡਾਇਨਾਮਿਕ ਕੰਸੈਪਟ ਆ ਇਕਨੋਮਿਕਸ, ਕਿਉਂਕਿ ਉਹਦੇ ਵਿੱਚ ਫਲਕਚੁਏਸ਼ਨ ਪਾਈ ਜਾਂਦੀ ਆ, ਅਪਸ ਐਂਡ ਡਾਊਨ ਹੁੰਦੇ ਨੇ। ਮੀਨਸ ਬਿਜ਼ਨਸ ਸਾਈਕਲਸ ਦੇ ਵਿੱਚ ਕੀ ਹੁੰਦਾ, 4 ਬਿਜ਼ਨਸ ਸਾਈਕਲਸ ਦੇ ਵਿੱਚ 4 ਆਪਣੇ ਜਿਹੜੇ ਹੈ ਸਿਚੁਏਸ਼ਨਸ ਆਉਂਦੀਆਂ ਨੇ, ਦੈਟ ਇਜ਼ ਅ ਬੂਮ, ਰਿਸੈਸ਼ਨ, ਰਿਕਵਰੀ ਐਂਡ ਡਿਪਰੈਸ਼ਨ, ਠੀਕ ਹੈ। ਬੂਮ ਦੇ ਵਿੱਚ ਕੀ ਆ ਕਿ ਪ੍ਰਾਈਸਿਸ ਦਾ ਬਹੁਤ ਜ਼ਿਆਦਾ ਵੱਧ ਜਾਣਾ, ਡਿਮਾਂਡ ਇਨਕਰੀਜ਼ ਹੋਣ ਦੇ ਕਾਰਨ। अगर रिसेशंस का किया, डिमांड का घट होना, प्राइस का घटना। डिप्रैशन का किया, प्राइसिस का बहुत ज़्यादा घट जाना, डिमांड का बहुत ज़्यादा घट जाना। एंड रिकवरी का मतलब किया थोड़ा थोड़ा रिकवर होना, प्राइसिस का बढ़ना स्टार्ट हो जाना तो डिमांड का भी बढ़ना स्टार्ट हो जाना। कहते बिजनेस साइकिल है जोड़ा ये इन्फ्लेशन, डिफ्लेशन, बूम, रिसेशन, रिकवरी, डिप्रैशन, कहते डिफरेंट टाइप्स ऑफ जोड़े अपने ये पीरीयड्स ने ये आते रहते हैं, जिन्हों के कारण अपनी जी इकोनमी आ ਇਕਨੋਮੀ ਦੇ ਵਿੱਚ ਫਲਕਚੁਏਸ਼ਨ ਆਉਂਦੀ ਹੈ। ਕਹਿੰਦੇ ਇਕਨੋਮੀ ਨੂੰ ਸਟੇਬਲ ਰੱਖਣ ਦੇ ਲਈ ਕਹਿੰਦੇ ਉਦੋਂ ਬਿਜ਼ਨਸ ਸਾਈਕਲਸ ਨੂੰ ਕਹਿੰਦੇ ਸਟੇਬਲ ਰੱਖਣ ਦੇ ਲਈ ਜਿਹੜੀ ਆਪਣੀ ਗਵਰਨਮੈਂਟ ਪਾਲਿਸੀਜ਼ ਨੇ, ਮੋਨਟਰੀ ਐਂਡ ਫਿਜ਼ੀਕਲ ਪਾਲਿਸੀਜ਼, ਉਹ ਕੀ ਕਰਦੀਆਂ ਨੇ, ਵਰਕ ਕਰਦੀਆਂ ਨੇ। ਤਾਂ ਇਹ ਮੈਕਰੋ ਇਕਨੋਮਿਕਸ ਦੇ ਵਿੱਚ ਵੀ ਜਿਹੜੇ ਪ੍ਰਿੰਸੀਪਲਸ ਨੇ ਮੋਨਟਰੀ ਐਂਡ ਫਿਜ਼ੀਕਲ ਪਾਲਿਸੀ ਦੇ, ਆਪਾਂ ਉਹਨਾਂ ਨੂੰ ਸਟੱਡੀ ਕਰ ਸਕਦੇ ਹਾਂ।
ਜਿਵੇਂ ਕਿ ਦੇਖਿਆ ਗਿਆ ਸੀ ਕਿ ਕੁਛ ਕੁ ਕਹਿੰਦੇ ਆਪਾਂ ਜਿਹੜੇ ਮੈਕਰੋ ਇਕਨੋਮਿਕਸ ਦੇ ਮੇਨ ਇਹ ਇਸ਼ੂਸ ਨੇ ਲਾਈਕ ਬਿਜ਼ਨਸ ਸਾਈਕਲਸ, ਕਹਿੰਦੇ ਇਹਨਾਂ ਨੂੰ ਆਪਾਂ ਆਪ ਠੀਕ ਨਹੀਂ ਕਰ ਸਕਦੇ, ਕਹਿੰਦੇ ਕਿਉਂਕਿ ਇਹਨਾਂ ਦੇ ਲਈ ਗਵਰਨਮੈਂਟ ਨੂੰ ਇਨਵੋਲਵ ਹੋਣਾ ਜ਼ਰੂਰੀ ਹੈ। ਜਿਵੇਂ ਕਿ ਗ੍ਰੇਟ ਜਿਹੜਾ ਡਿਪਰੈਸ਼ਨ ਹੈ ਆਇਆ ਸੀ 1930 ਦੇ ਵਿੱਚ ਹੈ, ਠੀਕ ਹੈ, ਗਲੋਬਲ ਫਿਊਨਿਮਾ, ਤਾਂ ਕਹਿੰਦੇ ਇਹ ਆਪਣੇ ਆਪ ਸੋਲਵ ਨਹੀਂ ਸੀ ਹੋਇਆ, ਕਹਿੰਦੇ ਜਿਹੜੇ ਆਪਣੇ ਕੈਪੀਟਲਿਸਟ ਵਰਲਡ ਦੇ ਵਿੱਚ ਯੂਕੇ ਦੇ ਵਿੱਚ ਕਹਿੰਦੇ ਉਦੋਂ ਕਹਿੰਦੇ ਗਵਰਨਮੈਂਟ ਨੂੰ ਇੰਟਰਫੀਅਰੈਂਸ ਦੇਣੀ ਪਈ ਸੀ, ਜਿਹਦੇ ਕਰਕੇ ਕਹਿੰਦੇ ਗ੍ਰੇਟ ਡਿਪਰੈਸ਼ਨ ਨੂੰ ਕਵਰ ਕੀਤਾ ਗਿਆ ਸੀ। ਨੈਕਸਟ ਇਜ਼ ਇਨਫਲੇਸ਼ਨ। ਇਨਫਲੇਸ਼ਨ ਦਾ ਮਤਲਬ ਕੀ ਹੈ? ਇਨਫਲੇਸ਼ਨ ਦੇ ਰੀਜ਼ਨਸ ਕਈ ਹੋ ਸਕਦੇ ਨੇ ਇਕਨੋਮੀ ਦੇ ਵਿੱਚ। ਇਨਫਲੇਸ਼ਨ ਦਾ ਮਤਲਬ ਹੈ ਪ੍ਰਾਈਸਿਸ ਦਾ ਬਹੁਤ ਜ਼ਿਆਦਾ ਵੱਧ ਜਾਣਾ। ਇਹਦਾ ਮੇਨ ਰੀਜ਼ਨਸ ਕੀ ਹੁੰਦਾ? ਮਨੀ ਦੀ ਸਪਲਾਈ ਵੱਧ ਜਾਣਾ। ਜਦੋਂ ਮਨੀ ਦੀ ਸਪਲਾਈ ਵੱਧਦੀ ਇਕਨੋਮੀ ਦੇ ਵਿੱਚ ਮੋਨੇਟਰੀ ਪਾਲਿਸੀ ਦੇ ਥਰੂ ਜਾਂ ਆਪਣੀ ਫਿਜ਼ੀਕਲ ਪਾਲਿਸੀ ਦੇ ਥਰੂ ਐਕਸਪੈਂਡੀਚਰ ਵੱਧਦਾ ਗਵਰਨਮੈਂਟ ਦਾ, ਐਂਡ ਮੋਨੇਟਰੀ ਪਾਲਿਸੀ ਦੇ ਥਰੂ ਮਨੀ ਦੀ ਸਪਲਾਈ ਬੈਂਕਸ ਦੇ ਥਰੂ ਵੱਧਦੀ ਆ, ਤਾਂ ਕਹਿੰਦੇ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਜ਼ਿਆਦਾ ਆ ਜਾਂਦਾ, ਜਿਹਦੇ ਥਰੂ ਕੀ ਕਰਦੇ ਨੇ? ਕੰਜ਼ੰਪਸ਼ਨ ਇਨਕਰੀਜ਼ ਕਰ ਦਿੰਦੇ ਨੇ। ਜਦੋਂ ਕੰਜ਼ੰਪਸ਼ਨ ਇਨਕਰੀਜ਼ ਕਰਦੇ ਨੇ ਤਾਂ ਡਿਮਾਂਡ ਇਨਕਰੀਜ਼ ਹੁੰਦੀ ਹੈ। ਡਿਮਾਂਡ ਇਨਕਰੀਜ਼ ਹੋਣ ਦੇ ਕਾਰਨ ਕੀ ਹੈ? ਸਪਲਾਈ ਇੰਨੀ ਪ੍ਰੋਡਕਟਸ ਨਹੀਂ ਹੋ ਪਾਉਂਦੀ, ਜਿਹਦੇ ਕਰਕੇ ਜਿਹੜੇ ਪ੍ਰਾਈਸਿਸ ਨੇ ਉਹ ਕੀ ਹੋ ਜਾਂਦੇ ਨੇ? ਰਾਈਜ਼ ਹੋ ਜਾਂਦੇ ਨੇ। ਤਦ ਕਹਿੰਦੇ ਵੈਲਿਊ ਆਫ ਮਨੀ ਕੀ ਹੋ ਜਾਂਦੀ ਹੈ? ਘੱਟ ਜਾਂਦੀ ਆ। ਤੇ ਅਗਰ ਇੰਟਰਨੈਸ਼ਨਲ ਲੈਵਲ ਤੇ ਬਿਜ਼ਨਸ ਕਰ ਰਿਹਾ ਤਾਂ ਡੀਵੈਲੂਏਸ਼ਨ ਆਫ ਮਨੀ ਹੁੰਦੀ ਹੈ। ਤਦ ਕਹਿੰਦੇ ਉਸ ਟਾਈਮਸ ਕਹਿੰਦੇ ਇਕਨੋਮਿਕ ਗਰੋਥ ਦੇ ਲਈ ਕਹਿੰਦੇ ਪ੍ਰਾਈਸਿਸ ਨੂੰ ਸਟੇਬਲ ਕਰਨਾ ਬਹੁਤ ਜ਼ਰੂਰੀ ਹੈ। ਕਹਿੰਦੇ ਇਨਫਲੇਸ਼ਨ ਨੂੰ ਇਕੁਅਲ ਕਰਨ ਦੇ ਲਈ, ਇਨਫਲੇਸ਼ਨ ਨੂੰ ਸਟੇਬਲ ਕਰਨ ਦੇ ਲਈ ਗਵਰਨਮੈਂਟ ਕੀ ਕਰਦੀ ਆ? ਕਹਿੰਦੇ ਆਪਣੇ ਜੋ ਪਰਚੇਸਿੰਗ ਪਾਵਰ ਹੈ ਉਹਨੂੰ ਜਨਰੇਟ ਕਰਦੀ ਹੈ, ਜ਼ਿਆਦਾ ਸਟਾਕ ਨੂੰ ਆਪ ਬਾਈ ਕਰਕੇ ਲੋਕਾਂ ਨੂੰ ਪੀਡੀਐਸ ਪਬਲਿਕ ਡਿਸਟ੍ਰੀਬਿਊਸ਼ਨ ਦੇ ਥਰੂ ਗੁਡਸ ਨੇ ਪ੍ਰੋਵਾਈਡ ਕਰਦੀ ਹੈ, ਜਾਂ ਆਪਣੀ ਜਿਹੜੀ ਫਿਜ਼ੀਕਲ ਪਾਲਿਸੀ ਆ, ਆਪਣੀਆਂ ਜੋ ਫੈਸਿਲਿਟੀਜ਼ ਨੇ, ਸਰਵਿਸਿਜ਼ ਨੇ, ਉਹਨਾਂ ਨੂੰ ਫ੍ਰੀਲੀ ਲੋਕਾਂ ਨੂੰ ਪ੍ਰੋਵਾਈਡ ਕਰਦੀ ਹੈ, ਜਿਵੇਂ ਕਿ ਹੈਲਥ ਐਜੂਕੇਸ਼ਨ ਫੈਸਿਲਿਟੀ ਹੋ ਗਈ, ਉਹਨਾਂ ਦੇ ਬੇਸਿਕ ਨੀਡਸ ਤੇ ਖਰਚ ਕਰਦੀ ਆ। ਐਂਡ ਮੋਨੇਟਰੀ ਪਾਲਿਸੀ ਦੇ ਥਰੂ ਕੀ ਆ? ਜੋ ਆਪਣਾ ਘਟਾਇਆ ਜਾਂਦਾ ਹੈ। ਮੋਸਟਲੀ ਮੇਨ ਰੀਜ਼ਨ ਕੀ ਹੈ? ਮਨੀ ਦੀ ਸਪਲਾਈ ਕਰਨਾ। ਤਾਂ ਜਿਹੜੇ ਕਮਰਸ਼ੀਅਲ ਤੇ ਆਪਣੇ ਆਰਬੀ ਬੈਂਕ ਹੈ ਤਾਂ ਉਹ ਕੀ ਕਰਦੇ ਨੇ? ਮਨੀ ਦੀ ਸਪਲਾਈ ਡਿਕਰੀਜ਼ ਕਰ ਦਿੰਦੇ ਨੇ, ਜਿਹਦੇ ਥਰੂ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਘੱਟ ਜਾਂਦਾ ਹੈ। ਇਹ ਕਿੱਦਾਂ ਡਿਕਰੀਜ਼ ਹੁੰਦੀ ਹੈ? ਇੰਟਰਸਟ ਰੇਟ ਨੂੰ ਇਨਕਰੀਜ਼ ਕਰਕੇ, ਜਿਹਦੇ ਕਰਕੇ ਜਿਹੜੀ ਆਪਣੀ ਡਿਮਾਂਡ ਆਟੋਮੈਟਿਕਲੀ ਕੀ ਹੋ ਜਾਏਗੀ? ਘੱਟ ਜਾਏਗੀ। ਇਸ ਤਰ੍ਹਾਂ ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਇਨਫਲੇਸ਼ਨ ਨਾਲ ਰਿਗਾਰਡਿੰਗ ਵੀ ਜੋ ਹੈ ਕਨਸੈਪਟਸ ਸ਼ੇਅਰ ਕੀਤੇ ਜਾਂਦੇ ਨੇ। ਨੈਕਸਟ ਹੈ ਬਜਟਰੀ ਡੈਫਿਸਿਟ ਐਂਡ ਫਿਜ਼ੀਕਲ ਪਾਲਿਸੀ। ਕਹਿੰਦੇ ਆਪਣੀ ਇਕਨੋਮੀ ਦੇ ਵਿੱਚ ਗਵਰਨਮੈਂਟ ਦਾ ਮੇਨ ਰੋਲ ਹੁੰਦਾ। ਕਹਿੰਦੇ ਗਵਰਨਮੈਂਟ ਨੇ ਜੋ ਵੀ ਇਨਕਮ ਲੈਣੀ ਹੁੰਦੀ ਹੈ ਨੈਸ਼ਨਲ ਇਨਕਮ ਦੇ ਥਰੂ ਕੀ ਆ? ਆਪਣੇ ਟੈਕਸਿਸ ਦੇ ਥਰੂ ਗਵਰਨਮੈਂਟ ਕੀ ਕਰਦੀ ਹੈ? ਕੈਲਕੂਲੇਟ ਕਰਦੀ ਹੈ, ਇਕੱਠੀ ਕਰਦੀ ਹੈ ਐਕਸਾਈਜ਼ ਡਿਊਟੀਜ਼ ਐਂਡ ਟੈਕਸਿਸ ਦੇ ਥਰੂ। ਤੇ ਕਹਿੰਦੇ ਉਹ ਗਵਰਨਮੈਂਟ ਉਸ ਜਿਹੜੀ ਇਨਕਮ ਹੈ ਉਹਦਾ ਕੀ ਕਰਦੀ ਆ? ਐਕਸਪੈਂਡੀਚਰ ਕਰਦੀ ਆ। ਗਵਰਨਮੈਂਟ ਦੀ ਇਨਕਮ ਤੇ ਐਕਸਪੈਂਡੀਚਰ ਨਾਲ ਰਿਲੇਟਡ ਜੋ ਵੀ ਪਾਲਿਸੀ ਹੈ ਉਹਨੂੰ ਫਿਜ਼ੀਕਲ ਪਾਲਿਸੀ ਕਿਹਾ ਜਾਂਦਾ ਹੈ। ਤੇ ਬਜਟਰੀ ਡੈਫਿਸਿਟ ਹੁੰਦਾ ਕਿ ਜਦੋਂ ਇਨਕਮ ਦੇ ਨਾਲੋਂ ਗਵਰਨਮੈਂਟ ਦਾ ਐਕਸਪੈਂਡੀਚਰ ਵੱਧ ਜਾਂਦਾ ਹੈ, ਦੈਟ ਇਜ਼ ਅ ਬਜਟਰੀ ਡੈਫਿਸਿਟ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਵਰਨਮੈਂਟ ਦੇ ਬਜਟ ਦੇ ਵਿੱਚ ਘਾਟਾ ਪੈ ਗਿਆ। ਕਹਿੰਦੇ ਜਿਸ ਦਾ ਆਪਣੀ ਇਕਨੋਮੀ ਤੇ ਕੀ ਹੁੰਦਾ ਹੈ? ਇਫੈਕਟ ਪੈਂਦਾ ਹੈ, ਜਿਹਦੇ ਨਾਲ ਜਿਹੜੀ ਪ੍ਰਾਈਸਿਸ ਵਗੈਰਾ ਨੇ ਉਹ ਕੀ ਹੋ ਜਾਂਦੀਆਂ ਨੇ? ਹਾਈ ਹੋ ਜਾਂਦੀਆਂ ਨੇ। ਠੀਕ ਹੈ, ਜਿਵੇਂ ਕਿ ਡਿਫੈਂਸ ਦੇ ਟਾਈਮ ਵਾਰ, ਸੈਕੰਡ ਵਰਲਡ ਵਾਰ ਦੇ ਟਾਈਮ ਜਿਹੜਾ ਆਪਣਾ ਗ੍ਰੇਟ ਡਿਪਰੈਸ਼ਨ ਹੋਇਆ ਸੀ, ਜਿਹਦੇ ਕਰਕੇ ਕਹਿੰਦੇ ਕਾਫੀ ਸਾਰਾ ਜਿਹੜਾ ਗਵਰਨਮੈਂਟ ਦਾ ਪੈਸਾ ਸੀਗਾ ਉਹ ਵਾਰ ਇਕਵਿਪਮੈਂਟਸ ਦੇ ਵਿੱਚ ਕੀ ਹੋਇਆ ਸੀ? ਖਰਚ ਹੋਇਆ ਸੀ, ਜਿਹਦੇ ਕਰਕੇ ਜਿਹੜੀਆਂ ਬੇਸਿਕ ਨੀਡਸ ਗੁੱਡਸ ਸੀਗੀਆਂ ਉਹਨਾਂ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਕੀ ਹੋ ਗਏ ਸੀਗੇ? ਇਨਕਰੀਜ਼ ਹੋ ਗਏ ਸੀਗੇ। ਕਹਿੰਦੇ ਇਹ ਮੇਨ ਜੋ ਹੈ ਪ੍ਰੋਬਲਮਸ ਕਹਿੰਦੇ ਗਵਰਨਮੈਂਟ ਦੀ ਜਿਹੜੀ ਆਪਣੀ ਬਜਟਰੀ ਡੈਫਿਸਿਟ ਹੈ ਐਂਡ ਜਾਂ ਫਿਜ਼ੀਕਲ ਪਾਲਿਸੀ ਹੈ ਉਸ ਦਾ ਵੀ ਮੇਨ ਇਫੈਕਟ ਪੈਂਦਾ ਹੈ ਇਕਨੋਮਿਕ ਗਰੋਥ ਤੇ ਡਿਵੈਲਪਮੈਂਟ ਤੇ ਲੋਕਾਂ ਦੀ ਜੋ ਵੀ ਸਟੇਟਸ ਹੈ ਉਸ ਤੇ ਇਸ ਦੇ ਥਰੂ ਹੀ ਜੋ ਹੈ ਇਨਫਲੇਸ਼ਨ, ਡਿਫਲੇਸ਼ਨ ਐਂਡ ਜੋ ਬਿਜ਼ਨਸ ਸਾਈਕਲਸ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ। Next है interest rate and monetary policy. कहते monetary policy involves measure by the government in terms of changing interest rate and money supply of the country due to the stimulate growth and stability. ਆਪਣੀ ਇਕਨੋਮੀ ਦੇ ਵਿੱਚ ਗਰੋਥ ਸਟੇਬਿਲਿਟੀ ਕਿੱਦਾਂ ਹੋਵੇ ਤੇ ਸਟਿਮੂਲੇਟ ਕਿੱਦਾਂ ਹੋਵੇ, ਲਗਾਤਾਰ ਕਿੱਦਾਂ ਹੋਵੇ ਤੇ ਸਟੇਬਲ, ਠੀਕ ਹੈ, ਸਟੇਬਿਲਿਟੀ ਬਣੀ ਰਹੇ ਕਿ ਪ੍ਰਾਈਸਿਸ ਦਾ ਵਧਣਾ ਘਟਣਾ ਜਾਂ ਠੀਕ ਹੈ ਗਰੋਥ ਰੇਟ ਦਾ ਘਟਣਾ। ਤਾਂ ਇਹਦੇ ਲਈ ਕਹਿੰਦੇ ਜਿਹੜੀ ਆਪਣੀ ਇੰਟਰਸਟ ਰੇਟ ਨੇ ਤੇ ਮੋਨੇਟਰੀ ਪਾਲਿਸੀ ਆ ਉਹ ਬਣਾਈ ਜਾਂਦੀ ਹੈ ਮੈਕਰੋ ਇਕਨੋਮਿਕਸ ਦੇ ਵਿੱਚ। ਮੋਨੇਟਰੀ ਪਾਲਿਸੀ ਹੈ ਜੋ ਮਨੀ ਨਾਲ ਰਿਲੇਟ ਕਰਦੀ ਹੈ, ਜੋ ਗਵਰਨਮੈਂਟ ਦੇ ਅੰਡਰ ਆਉਂਦੀ ਆ, ਆਰਬੀਆਈ ਬੈਂਕਸ ਦੇ ਅੰਡਰ ਆਉਂਦੀ ਆ। ਕਹਿੰਦੇ ਆਰਬੀਆਈ ਇਜ਼ ਅ ਰਿਜ਼ਰਵ ਬੈਂਕ ਆਫ ਇੰਡੀਆ, ਜੋ ਮੇਨ ਬੈਂਕ ਹੁੰਦਾ ਉਸ ਦੇ ਅੰਡਰ ਆਉਂਦੇ ਨੇ ਕਮਰਸ਼ੀਅਲ ਬੈਂਕਸ। ਕਹਿੰਦੇ ਇਹਨਾਂ ਨੇ ਕੀ ਕਰਨਾ ਹੁੰਦਾ? ਪੈਸੇ ਦੀ ਸਪਲਾਈ ਕਰਨੀ ਹੁੰਦੀ ਹੈ, ਮਨੀ ਦੀ ਸਪਲਾਈ ਕਰਨੀ ਹੁੰਦੀ ਹੈ ਇਕਨੋਮੀ ਦੇ ਵਿੱਚ। ਤਾਂ ਇਹ ਕਿਸ ਤਰ੍ਹਾਂ ਕਰਦੇ ਨੇ? ਅਗਰ ਇਹਨਾਂ ਨੂੰ ਲੱਗਦਾ ਹੈ ਕਿ ਡਿਫਲੇਸ਼ਨ ਹੈ, ਪ੍ਰਾਈਸਿਸ ਘੱਟ ਨੇ, ਡਿਮਾਂਡ ਘੱਟ ਹੈ, ਤਾਂ ਇਹ ਮਨੀ ਦੀ ਸਪਲਾਈ ਜ਼ਿਆਦਾ ਕਰਨਗੇ। ਤਾਂ ਉਸ ਦੇ ਲਈ ਇਹਨਾਂ ਨੂੰ ਇੰਟਰਸਟ ਰੇਟ ਘੱਟ ਰੱਖਣਾ ਪਏਗਾ। ਆਰਬੀਆਈ ਜੋ ਵੀ ਆਪਣਾ CRR ਹੈ, SLR ਹੈ ਉਹਨੂੰ ਘੱਟ ਕਰੇਗਾ, ਜਿਹਦੇ ਥਰੂ ਬੈਂਕਸ ਨੇ ਜੋ ਆਪਣੇ ਜਿਹੜਾ ਸੀਆਰ ਕੈਸ਼ ਰਿਜ਼ਰਵ ਰੇਸ਼ੋ ਘੱਟ ਕਰਨਗੇ ਤੇ ਕ੍ਰੈਡਿਟ ਰੇਸ਼ਨ ਜ਼ਿਆਦਾ ਕਰਨਗੇ, ਜਿਹਦੇ ਥਰੂ ਕਹਿੰਦੇ ਕੀ ਆ ਮਨੀ ਦੀ ਸਪਲਾਈ ਜ਼ਿਆਦਾ ਹੋ ਜਾਏਗੀ ਤੇ ਲੋਕਾਂ ਦੀ ਕੰਜ਼ੰਪਸ਼ਨ ਡਿਮਾਂਡ ਵਧੇਗੀ, ਜਿਹਦੇ ਥਰੂ ਪ੍ਰਾਈਸਿਸ ਵੱਧ ਜਾਣਗੇ।
दिस इज अ डिफ्लेशन टाइम। लेकिन जो इन्फ्लेशन है तो गवर्नमेंट को की करना पैंदा है, आरबीआई को की करना पैंदा है, मनी की सप्लाई घट करनी पैंदी है। तो मनी की सप्लाई घट करने के लिए की करेंगे, रेट ऑफ इंटरस्ट बढ़ा देंगे, जिन्हों के नाल इकोनॉमी के विच मनी की डिमांड की है घट जाएगी, जिदे करके की है अपनी प्राइसिस की हो जाएगी, लो हो जाएगी। कहते इस तरह इंटरस्ट एंड जो है इंटरस्ट के थ्रू मनी की सप्लाई इंक्रीज डिक्रीज करके आप इन्फ्लेशन डिफ्लेशन को कंट्रोल कर सकते हैं, स्टेबिलिटी लेके आ सकते हैं। उस तो बाद है अपना मैक्रो इकोनॉमिक्स टारगेट्स एंड इंस्ट्रूमेंट्स। कहते मेन की इंस्ट्रूमेंट्स से टारगेट्स ने मोस्टली मैक्रो इकोनॉमिक्स टारगेट्स के विच की इकोनॉमिक स्टेबिलिटी है, तो इंस्ट्रूमेंट्स किहड़े यूज किए जा रहे हैं मैक्रो इकोनॉमिक्स के विच फिजिकल पॉलिसी एंड मॉनेटरी पॉलिसी। गवर्नमेंट के टू इंस्ट्रूमेंट्स ने जिन्होंने यूज करके ही जो डिफरेंट डिफरेंट टारगेट्स ने अपने जी गवर्नमेंट वो अचीव कर सकती है। तो उस तो बाद है सर्टन कंसैप्ट्स, जो इस तो इलावा कंसैप्ट्स ने स्टॉक्स एंड फ्लोज। कहते मैक्रो इकोनॉमिक्स के स्टॉक्स के फ्लोज की गल की गई है। स्टॉक्स का मतलब है किसी एक पर्टिकुलर टाइम के विच अपने को किसी भी चीज़ का अवेलेबल होना, आप जिसकी एक पर्टिकुलर टाइम के विच अमाउंट दस सकते, जिमें कि मेरे को एनी वैल्थ है होंगे प्रेजेंट टाइम के विच मेरे को एनी वैल्थ है, एनी कैपिटल है, दिस इज अ स्टॉक। जो मेरे को गुड्स की प्रोडक्शन है उन्होंने भी मैं स्टॉक के लै सकती कि मेरे को गुड्स ने मेरे को स्टॉक है पर्टिकुलर टाइम के। लेकिन आप अगर आप गल करिए कि पिछले 4 सालों तो मेरे को एनी इनकम है, पिछले 4 सालों तो मेरी सेविंग एनी है, पिछले 4 सालों तो मेरा प्रॉफिट एना है, पिछले 3 सालों तो मेरा लॉस है, दिस इज अ फ्लो, क्योंकि वो चलता आ रहा है एक पर्टिकुलर टाइम पीरियड के जो आप किसी चीज़ की गल करते हैं डेट इज अ स्टॉक। अगर आप टाइम पीरियड्स के अकॉर्डिंग गल करते हैं तब कि डिफरेंट टाइम पीरियड्स के अकॉर्डिंग दिस इज अ फ्लो कि 1 मंथ 2 मंथ 2 ईयर्स 3 मंथ 4 ईयर्स, ठीक है, दैट इज अ फ्लो। अगर पर्टिकुलर टाइम पीरियड दैट इज अ स्टॉक। जो स्टॉक्स ने स्टेबल टाइम दसते हैं, जो अपना फ्लोज है फ्लक्चुएशन दसता है, ठीक है। जिमें कि फॉर एग्जाम्पल आप लग सकते हैं कि वाटर टैंक है, पानी वाली टैंकी है, वो पानी के टैंकी के जो पानी इकट्ठा पिया है दैट इज अ स्टॉक ऑफ वाटर। साडे कोल इन्ना पानी है लाइक दिस, एक इस ग्लास दे विच इन्ना पानी है स्टॉक है। अगर मैं इस पानी को गिराना स्टार्ट करूंगी या दूसरे ग्लास के विच पाना स्टार्ट करूंगी, दिस इज अ फ्लो ऑफ वाटर, इन्हों आप फ्लो कहांगे जो चलता है, ठीक है, जो डायनैमिक है। फ्लो इज अ डायनैमिक कंसैप्ट एंड स्टॉक इज अ स्टैटिक कंसैप्ट, जिहदे विच आपां अपनी वैल्थ नूं दस सकते पर्टिकुलर टाइम पीरियड दे विच। लेकिन जो आप डिफरेंट डिफरेंट टाइम पीरियड्स की गल करते दैट इज अ फ्लो। उस तो बाद है शॉर्ट रन एंड लॉन्ग रन। जिवें तुसीं जानते हो कि जो फैक्टर ऑफ प्रोडक्शंस ने ये माइक्रो इकोनॉमिक्स के भी यूज़ किए जाते हैं तो मैक्रो इकोनॉमिक्स के भी यूज़ किए जाते हैं। तो जी माइक्रो तो मैक्रो के एक प्रोड्यूसर्स या सारे प्रोड्यूसर्स एक इंडस्ट्री या सारी इंडस्ट्री या पूरी इकोनॉमी के जो भी प्रोडक्शन होंगी है कहते ये 2 टाइम पीरियड्स के होंगी है, शॉर्ट रन एंड लॉन्ग रन। 2 टाइम पीरियड्स होंगी है शॉर्ट रन एंड लॉन्ग रन। शॉर्ट रन के जो आप प्रोडक्शन करते हैं किसी भी गुड की, तब की करता डिफरेंट फैक्टर ऑफ प्रोडक्शंस जो आप यूज़ करते हैं वो जो कुछ फैक्टर्स ने वो फिक्सड होंगे ने, कुछ वेरीएबल्स होंगे शॉर्ट रन। शॉर्ट रन के अगर आपने मैक्रो इकोनॉमिक्स के प्रोडक्शन इनक्रीज करना है तब आप जो फिक्सड फैक्टर्स ने उन्होंने इनक्रीज नहीं कर सकते, लाइक लैंड एंड कैपिटल। सिर्फ जो वेरीएबल्स फैक्टर्स ने उन्होंने आप इनक्रीज करके अपनी जी प्रोडक्शन है उन्होंने इनक्रीज कर सकते हैं। वेरीएबल फैक्टर्स लाइक लेबर, शॉर्ट रन के आप लेबर को इनक्रीज करेंगे अपनी प्रोडक्शन एक इनक्रीज होएगी। लेकिन जो फिक्स फैक्टर्स ने फिक्स वेरीएबल्स ने वो की रहेंगे फिक्स रहेंगे। आपने मैक्रो इकोनॉमिक्स के जो अपनी इकोनॉमी के प्रोडक्शन इनक्रीज करना है, इनपुट्स ने इनक्रीज करना है, तो लॉन्ग रन के आप जो सारे इनपुट्स ने लैंड लेबर कैपिटल एंड एंटरप्रेन्योर, ये 4 फैक्टर ऑफ प्रोडक्शंस ने आप चारा इनक्रीज करके लॉन्ग रन के अपनी प्रोडक्शन की कर सकते हैं, इनक्रीज कर सकते हैं। तो लॉन्ग रन के सारे फैक्टर्स ने जोड़े की होंगे ये वेरीएबल होंगे, लेकिन शॉर्ट रन के कुछ जो फैक्टर्स ने ये फिक्सड होंगे, कुछ जो फैक्टर्स ने की होंगे वेरीएबल होंगे। नेक्स्ट इज अ इकोनॉमिक मॉडल। मैक्रो इकोनॉमिक्स के आप इकोनॉमिक्स मॉडल की गल करते हैं, इकोनॉमिक्स नाल रिलेटेड मॉडल्स जो डिफरेंट डिफरेंट मॉडल्स ने आप
ਜਿਨ੍ਹਾਂ ਦੀ ਸਟੱਡੀ ਕਰਾਂਗੇ, ਜੋ ਹੋਲ ਇਕਨੋਮਿਕਸ ਦੇ ਲਈ, ਹੋਲ ਇਕੋਨਮੀ ਦੇ ਲਈ ਬੈਨੀਫੀਸ਼ੀਅਲਸ ਨੇ, ਸਾਰੇ ਪ੍ਰੋਡਿਊਸਰ, ਸਾਰੀਆਂ ਫਰਮਸ ਦੇ ਲਈ, ਠੀਕ ਹੈ, ਗਵਰਨਮੈਂਟ ਦੇ ਲਈ ਤੇ ਕਾਮਨ ਪੀਪਲ ਦੇ ਲਈ ਵੀ। ਤਾਂ ਇਹ ਇਕਨੋਮਿਕਸ ਮਾਡਲਸ ਕਿਹੜੇ-ਕਿਹੜੇ ਨੇ ਜਿਨ੍ਹਾਂ ਦੀ ਆਪਾਂ ਸਟੱਡੀ ਕਰਾਂਗੇ। ਦਿਸ ਇਜ਼ ਦਾ ਕਲਾਸੀਕਲ ਮਾਡਲ ਆਫ ਇਨਕਮ ਐਂਡ ਇੰਪਲੋਇਮੈਂਟ, ਕਿ ਕਿਸ ਤਰ੍ਹਾਂ ਕਲਾਸੀਕਲਸ ਦੇ ਵਿਊਜ਼ ਨੇ, ਕਲਾਸੀਕਲ ਇਕਨੋਮਿਸਟ ਦੇ, ਕਿ ਕਿਸ ਤਰ੍ਹਾਂ ਆਪਣੀ ਜਿਹੜੀ ਇਨਕਮ, ਆਪਾਂ ਨੂੰ ਇਨਕਮ ਮੀਨਸ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ ਤੇ ਇੰਪਲੋਇਮੈਂਟ ਨੂੰ ਇਨਕਰੀਜ਼ ਕਰ ਸਕਦੇ ਹਾਂ, ਮੀਨਸ ਅਨਇੰਪਲੋਇਮੈਂਟ ਨੂੰ ਘਟਾ ਸਕਦੇ ਹਾਂ। ਦਿਸ ਇਜ਼ ਦਾ ਕਲਾਸੀਕਲ ਮਾਡਲ ਜਿਹਨੂੰ ਆਪਾਂ ਬੋਲਦੇ ਹਾਂ ਕਲਾਸੀਕਲ model of income and employment determination। and ਉਸ ਤੋਂ ਬਾਅਦ ਹੈ ਕੇਨਜ਼ੀਅਨ ਮਾਡਲ, ਜਿਹਨੂੰ ਆਪਾਂ ਬੋਲਦੇ ਹਾਂ, ਜਿਹਦੇ ਵਿੱਚ ਕੀ ਆ, ਕੇਨਜ਼ੀਅਨ ਮਾਡਲ ਦੇ ਵਿੱਚ ਆਪਾਂ ਸਟੱਡੀ ਕਰਦੇ ਕੇਨਜ਼ੀਅਨ ਮਾਡਲ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ। ਇਹਦੇ ਵਿੱਚ ਪ੍ਰਾਈਸ ਡਿਟਰਮੀਨੇਸ਼ਨ ਹੁੰਦਾ, ਇੰਪਲੋਇਮੈਂਟ ਡਿਟਰਮੀਨੇਸ਼ਨ ਹੁੰਦਾ ਐਂਡ ਇਨਕਮ ਡਿਟਰਮੀਨੇਸ਼ਨ ਹੁੰਦਾ, ਕਿ ਕਿਸ ਤਰ੍ਹਾਂ ਜਿਹੜੀ ਆਪਣੀ ਇੱਕ ਇਕੋਨਮੀ ਆ ਉਹ ਕਿੱਥੋਂ ਤੱਕ ਜਿਹੜੀ ਆਪਣੀ ਆਊਟਪੁੱਟਾਂ ਨੂੰ ਇਨਕਰੀਜ਼ ਕਰ ਸਕਦੀ ਹੈ ਤੇ ਇੰਪਲੋਇਮੈਂਟ ਨੂੰ ਇਨਕਰੀਜ਼ ਕਰ ਸਕਦੀ ਹੈ, ਤੇ ਪ੍ਰਾਈਸ ਕਿੱਥੇ ਜਿਹੜਾ ਹੈ ਪ੍ਰਾਈਸ ਦਾ ਡਿਟਰਮੀਨੇਸ਼ਨ ਹੋਏਗਾ। ਦੈਨ ਉਸ ਤੋਂ ਬਾਅਦ ਸੋਲੋ ਮਾਡਲ ਆਫ ਗਰੋਥ ਰੇਟ ਆਉਂਦਾ ਹੈ, ਸੋਲੋ ਮਾਡਲ ਆਫ ਗਰੋਥ, ਜਿਹਦੇ ਵਿੱਚ ਸਾਨੂੰ ਗਰੋਥ ਰੇਟ ਦੇ ਬਾਰੇ ਪਤਾ ਲੱਗਦਾ ਹੈ। ਤਾਂ ਕਦੇ ਮੈਕਰੋ ਇਕਨੋਮਿਕਸ ਦੇ ਵਿੱਚ ਇੱਦਾਂ ਦੇ ਡਿਫਰੈਂਟ ਜਿਹੜੇ ਮਾਡਲਸ ਨੇ ਜਿਨ੍ਹਾਂ ਦੇ ਬਾਰੇ ਆਪਾਂ ਕੀ ਕਰਦੇ ਹਾਂ, ਪੜ੍ਹਦੇ ਹਾਂ। ਦੈਨ ਉਸ ਤੋਂ ਬਾਅਦ ਹੈ ਗਰੋਥ ਰੇਟ। ਗਰੋਥ ਰੇਟ, ਐਨੂਅਲ ਗਰੋਥ ਰੇਟ, ਸਾਲਾਨਾ ਵਿਕਾਸ ਦਰ, ਠੀਕ ਹੈ। ਇਹ ਐਨੂਅਲ ਲਿੱਤਾ ਗਿਆ ਕਿ ਐਨੂਅਲ ਸਾਡੀ ਕੰਟਰੀ ਦੇ ਵਿੱਚ ਗਰੋਥ ਰੇਟ ਅਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਦੇਖੋ ਗਰੋਥ ਰੇਟ ਕੀ ਹੁੰਦਾ ਹੈ, growth and development two terms ne. Growth is a narrow term and development is a large term. There is a difference between growth and development. Growth ਦਾ ਮਤਲਬ ਹੁੰਦਾ ਕਿਸੇ particular aspects ਦਾ ਕੀ ਹੋਣਾ, increase ਹੋਣਾ, ਠੀਕ ਹੈ। ਫॉर एग्जांपल कि मेरी अपनी इकोनॉमी ਦੇ ਵਿੱਚ ਕੀ ਆ, ਸਿਰਫ एजुकेशन इंक्रीज हो रही है, सिर्फ वन एस्पैक्ट से इंक्रीज हो रहा है, तब आप बोल सकते हैं कि एजुकेशन सिस्टम ਦੇ ਵਿੱਚ ग्रोथ हो रही है। अगर नैशनल इनकम ਦੇ ਵਿੱਚ ग्रोथ हो रही है, ਤਾਂ ਆਪਾਂ ਬੋਲਾਂਗੇ ਨੈਸ਼ਨਲ, ਸਾਡੀ ਕੰਟਰੀ ਦੀ ਨੈਸ਼ਨਲ ਇਨਕਮ ਦੀ ग्रोथ हो रही है, ਨੈਸ਼ਨਲ ਇਨਕਮ ਵੱਧ ਰਹੀ ਹੈ, ਠੀਕ ਹੈ। जब आप एक पर्टिकुलर एस्पेक्ट्स की गल करिए, दैट इज अ ग्रोथ। जिमें कि मैं बोला कि मेरा जो है, मेरी हाइट इंक्रीज हो रही है, लेकिन हाइट इंक्रीज हो रही है, दिस इज अ ग्रोथ, कि मेरी हाइट की ग्रोथ हो रही है। अगर मैं बोलना कि मेरी हाइट की ग्रोथ हो रही है, मेरी नॉलेज की ग्रोथ हो रही है, मेरी एजुकेशन की ग्रोथ हो रही है, मेरी हैल्थ भी अच्छी हो रही है, मीनस जो सारे एस्पेक्ट्स ने मेरी विच इंक्रीज हो, दैट इज अ डेवलपमेंट, कि मैं टोटली डेवलप हो रही हूँ। ग्रोथ ओनली वन एस्पेक्ट्स, तर आप बोल सकते कि ग्रोथ इज अ पार्ट ऑफ डेवलपमेंट, ठीक है। अगर मैं बोला कि मेरी इकॉनमी के विच एजुकेशन भी इंक्रीज हो रही है, हेल्थ फैसिलिटी भी इंक्रीज हो रही है, नेशनल इनकम भी इंक्रीज हो रही है, इंप्लॉयमेंट भी इंक्रीज हो रही है, ठीक है, इन्फेंट मोर्टैलिटी रेट घट रही है, मीन सारे ਜਿਹੜੇ एस्पेक्ट्स ने ਉਹਨਾਂ ਦੀ ਗੱਲ ਕਰਾਂ, ਉਹਨਾਂ ਦਾ ਟੋਟਲ ਕਰਾਂ, दैट इज अ डेवलपमेंट, ठीक है। ਤਾਂ ਇੱਥੇ ਗਰੋਥ ਰੇਟ ਦੀ ਗੱਲ ਕੀਤੀ ਗਈ ਹੈ, ਤਾਂ ਗਰੋਥ ਰੇਟ ਦੇਖੋ ਕੀ ਹੁੰਦਾ ਹੈ ਕਿ ਇਨਕਮ ਦੇ ਵਿੱਚ ਗਰੋਥ ਰੇਟ ਕਿੰਨੀ ਹੋਏਗੀ, ਤਾਂ ਗਰੋਥ ਰੇਟ ਹੁੰਦਾ ਹੈ ਇਨਕਮ ਦਾ ਇਨਕਰੀਜ਼ ਹੋਣਾ। ਵੀ ਬੋਲ ਸਕਦੇ ਹਾਂ ਕਿ ਸਾਡੀ ਨੈਸ਼ਨਲ ਇਨਕਮ ਇਨਕਰੀਜ਼ ਹੋਈ ਆ, GDP ਇਨਕਰੀਜ਼ ਹੋਈ ਆ, ਗਰੋਥ ਡੋਮੈਸਟਿਕ ਪ੍ਰੋਡਕਸ਼ਨ ਇਨਕਰੀਜ਼ ਹੋਈ ਆ ਆਪਣੀ ਡੋਮੈਸਟਿਕ ਕੰਟਰੀ ਦੀ, ਠੀਕ ਹੈ। ਤਾਂ ਤੁਸੀਂ ਗਰੋਥ ਰੇਟ ਦੇਖ ਸਕਦੇ ਹੋ, ਜਿਹਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਫਾਰਮੂਲਾ ਵੈਲਿਊ ਇਨ ਕਰੰਟ ਈਅਰ, ਕਿ ਜੋ ਆਲ ਗੁੱਡਸ ਐਂਡ ਸਰਵਿਸਿਜ਼ ਮੇਰੀ ਕੰਟਰੀ ਦੇ ਵਿੱਚ ਪ੍ਰੋਡਿਊਸ ਹੋਈਆਂ ਨੇ, ਉਹਨਾਂ ਦੀ ਕਰੰਟ ਵੈਲਿਊ ਕਿੰਨੀ ਹੈ, ਮੀਨਸ ਪ੍ਰਾਈਸ ਕਿੰਨਾ ਹੈ, ਮਾਈਨਸ ਵੈਲਿਊ ਇਨ ਪ੍ਰੀਵੀਅਸ ਈਅਰ, ਕਿ ਪ੍ਰੀਵੀਅਸ ਈਅਰ ਜੋ ਪਿਛਲਾ ਸਾਲ ਸੀਗਾ ਉਹਦੇ ਵਿੱਚ ਗਰੋਥ ਰੇਟ ਕਿੰਨੀ ਸੀਗੀ, ਮਾਈਨਸ ਡਿਵਾਈਡ ਬਾਈ ਵੈਲਿਊ ਇਨ ਦਾ प्रीवियस ईयर्स, तो प्रीवियस ईयर्स के नाल डिवाइड करेंगे कि प्रीवियस ईयर्स के विच मेरे जिहड़ी है इकॉनमी दे विच गुड्स की प्रोडक्शन हो रही है, उन्हां दी वैल्यू कितनी सी इनटू 100 करेंगे। फॉर एग्जांपल कि पहला जिहड़ी सीगी वैल्यू इन करंट ईयर मेरी है, जो वैल्यू इंक्रीज हुई है दैट इज अ 20, पहला सीगी वैल्यू इन प्रीवियस ईयर कितनी सीगी 10 सीगी, दैन 20 माइनस 10 डिवाइड बाय वैल्यू इन प्रीवियस ईयर 10, दैन क्या आ जाएगा 10 डिवाइड बाय 10 आ जाएगा, इक्वल टू 1 आ जाएगा। जन ग्रोथ रेट किया मेरी इकॉनमी दी, दैट इज अ 1% मेरी इकॉनमी दी की हुई है, ग्रोथ हुई है। लेट अस फाइंड आउट द ग्रोथ रेट ऑफ GDP। जे आप ग्रॉस डोमैस्टिक प्रोडक्शन की गल करिए, ग्रॉस डोमैस्टिक प्रोडक्शन मीनस जी टोटल प्रोडक्शन हो रही है गुड्स एंड सर्विसिज की कंट्री दे विच, जे आपां उन्हां दी गल करिए डोमैस्टिक कंट्री की ग्रोथ एंड प्रोडक्शन की गल करिए, दैट इज द GDP, कि टोटल किनिया ग्रॉस डोमैस्टिक जड़ियाँ गुड्स ने सर्विसिज ने अवेलेबल ने, मतलब इंक्रीज हुई ने, ठीक है, उनकी वैल्यू कितनी है, दैट इज द GDP।
ग्रोथ रेट ऑफ जीडीपी ਇਹਦੇ ਵਿੱਚ ਕਿੱਦਾਂ ਕੈਲਕੂਲੇਟ ਕੀਤਾ ਜਾਏਗਾ ਜੀਡੀਪੀ ਆਫ ਕਰੰਟ ਈਅਰ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਕਿੰਨੀ ਹੈ ਮਾਈਨਸ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਆਫ ਪ੍ਰੀਵੀਅਸ ਈਅਰ डिवाइड बाय ग्रॉस डोमेस्टिक प्रोडक्शन ऑफ प्रीवियस ईयर्स जिमें कि की है मैं मान के चल रही हूँ कि 40% मेरी करंट ईयर की ग्रोथ रेट है एंड 20 मेरी प्रीवियस ईयर की देन 40 माइनस 20 डिवाइड बाय 20 इंटू 100 कितना आ जाएगा 20 डिवाइड बाय 20 आ जाएगा 1% किया ग्रोथ रेट जीडीपी आ जाएगी कि 1% जी जीडीपी की हुई है इंक्रीज हुई ਤਾਂ ਇਦਾਂ ਆਪਾਂ ਜਿਹੜੀ ਜੀਡੀਪੀ ਆ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ ਹੁਣ ਵਾਲੀ ਕਰੰਟ ਈਅਰ ਦੀ ਜੀਡੀਪੀ ਮਾਈਨਸ ਪਹਿਲਾ ਵਾਲੀ ਜਿਵੇਂ ਕਿ ਹੁਣ ਕੀ ਹੈ ਆਪਣਾ ਜੇ ਕੈਲਕੂਲੇਟ ਕਰਨੀ ਹੋਵੇ 2030 23 ਐਂਡ 24 ਦੀ then ਫਿਰ 23 ਐਂਡ 24 ਦੀ ਗਰੋਥ ਰੇਟ ਮਾਈਨਸ 22 तो 23 ਦੀ ਗਰੋਥ ਰੇਟ ਪ੍ਰੀਵੀਅਸ ਈਅਰ ਦੀ ਮਾਈਨਸ ਕਰ ਦੇਵਾਂਗੇ ਡਿਵਾਈਡ ਕਰ ਦੇਵਾਂਗੇ ਉਹਦੇ ਨਾਲ ਇਨਟੂ 100 ਕਰ ਦੇਵਾਂਗੇ ਤਾਂ ਗਰੋਥ ਰੇਟ ਕੈਲਕੂਲੇਟ ਹੋ ਜਾਏਗੀ ਕਹਿੰਦੀ ਗਰੋਥ ਰੇਟ ਵੀ ਆਪਾਂ ਕਿਹਦੇ ਵਿੱਚ ਕੈਲਕੂਲੇਟ ਕਰਦੇ ਆ ਮੈਕਰੋ ਇਕਨੋਮਿਕਸ ਦੇ ਵਿੱਚ ਵੀ ਕੈਲਕੂਲੇਟ ਕਰਦੇ ਆ ਨੈਸ਼ਨਲ ਇਨਕਮ ਹੋ ਗਿਆ ਜੀਡੀਪੀ ਹੋ ਗਿਆ ਗਰੋਥ ਰੇਟ ਹੋ ਗਿਆ ਡਿਵੈਲਪਮੈਂਟ ਹੋ ਗਿਆ ਕਿ ਸਾਡੀ ਇਕਨੋਮੀ ਡਿਵੈਲਪ ਹੈ ਜਾਂ ਪੂਅਰ ਹੈ ਹਨਾ ਤੇ ਰਿਚ ਕੰਟਰੀਜ਼ ਕਿੰਨੀਆਂ ਨੇ ਪੂਅਰ ਕੰਟਰੀਜ਼ ਦੇ ਵਿੱਚੋਂ ਕਿਹੜੇ ਨੰਬਰ ਤੇ ਉਹ ਸਭ ਕੁਝ ਸਾਨੂੰ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਪਤਾ ਚੱਲਦਾ ਹੈ ਨੈਕਸਟ ਇਜ਼ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਕਹਿੰਦੇ ਆਪਾਂ ਕੀ ਦੇਖਦੇ ਆ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਦੇਖਦੇ ਆ ਉਤਪਾਦਨ ਸੰਭਾਵਿਕ ਵਕਰ ਕਿ ਸਾਡੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਪ੍ਰੋਡਕਸ਼ਨ ਦੀ ਪੋਸਿਬਿਲਿਟੀ ਕਿੰਨੀ ਹੈ ਕਿੰਨੀ ਕ ਆਪਾਂ ਪ੍ਰੋਡਕਸ਼ਨ ਕਰ ਸਕਦੇ ਹਾਂ ਇਕਨੋਮੀ ਦੇ ਵਿੱਚ ਠੀਕ ਹੈ ਕਿਸ ਤਰ੍ਹਾਂ ਪ੍ਰੋਡਕਸ਼ਨ ਹੋ ਰਹੀ ਹੈ ਇਕਨੋਮੀ ਦੇ ਵਿੱਚ ਤੁਸੀਂ ਕੀ ਜਾਣਦੇ ਹੋ ਜਿਵੇਂ ਕਿ ਜਿਹੜੇ ਆਪਣੇ ਰਿਸੋਰਸਿਸ ਨੇ ਉਹਨਾਂ ਦੀ ਸਕਾਰਸਿਟੀ ਹੈ ਆਪਾਂ ਇੱਕੋ ਟਾਈਮ ਤੇ ਜਿਹੜੇ ਡਿਫਰੈਂਟ ਟਾਈਪਸ ਆਫ ਗੁੱਡਸ ਨੇ ਉਹਨਾਂ ਦੀ ਪ੍ਰੋਡਕਸ਼ਨਸ ਦੇ ਲਈ ਸਾਰੇ ਇਨਪੁਟਸ ਨੂੰ ਇਨਕਰੀਜ਼ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਕਈ ਵਾਰ ਕੀ ਕਰਨਾ ਪੈਂਦਾ ਹੈ ਟੂ ਕੰਬੀਨੇਸ਼ਨਸ ਟੂ ਗੁੱਡਸ ਨੂੰ ਪ੍ਰੋਡਿਊਸ ਕਰਨ ਦੇ ਲਈ ਆਪਾਂ ਨੂੰ ਜਿਹੜੇ ਰਿਸੋਰਸਿਸ ਨੇ ਉਹਨਾਂ ਦੇ ਵਿੱਚ ਚੁਆਇਸ ਕਰਨੀ ਪੈਂਦੀ ਹੈ ਕਿ ਆਪਾਂ ਕਿਹੜਾ ਰਿਸੋਰਸਿਸ ਕਿਸ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਲਗਾਵਾਂਗੇ ਅਗਰ ਇਸ ਗੁੱਡ ਦੀ ਪ੍ਰੋਡਕਸ਼ਨ ਤੇ ਲਗਾਵਾਂਗੇ ਇਨਪੁਟਸ ਨੂੰ ਤਾਂ ਸਾਡੀ ਐਨੀ ਪ੍ਰੋਡਕਸ਼ਨ ਹੋਏਗੀ ਅਗਰ ਦੂਸਰੀ ਗੁੱਡ ਦੀ ਤੇ ਲਗਾਵਾਂਗੇ ਤਾਂ ਐਨੀ ਪ੍ਰੋਡਕਸ਼ਨ ਹੋਏਗੀ ਤਾਂ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਸਾਡੀ ਕੀ ਦੱਸਦੀ ਹੈ ਟੂ ਗੁੱਡਸ ਦੀ ਪ੍ਰੋਡਕਸ਼ਨ ਪੋਸਿਬਿਲਿਟੀ ਦੱਸਦੀ ਹੈ ਕਿ ਟੂ ਗੁੱਡਸ ਦੀ ਅਸੀਂ ਕਿੰਨੀ ਪ੍ਰੋਡਕਸ਼ਨ ਕਰ ਸਕਦੇ ਹਾਂ ਠੀਕ ਹੈ then ਆਪਾਂ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਨੂੰ ਪੀਪੀਸੀ ਕਰਵਸ ਦੇ ਦੁਆਰਾ ਡਿਫਾਈਨ ਕਰਾਂਗੇ ਉਤਪਾਦਨ ਸੰਭਾਵਿਕ ਵਕਰ ਕਿ ਅਸੀਂ ਕਿਸ ਪੁਆਇੰਟ ਤੇ ਆਪਣੀ ਜੋ ਹੈ ਕਿਸ ਗੁੱਡ ਦੀ ਪ੍ਰੋਡਕਸ਼ਨ ਕਿੰਨੀ ਕਰ ਸਕਦੇ ਤੇ ਟੂ ਗੁੱਡਸ ਦੀ ਪ੍ਰੋਡਕਸ਼ਨ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਐਕਸ ਅਕਸ਼ ਤੇ ਕੰਜ਼ਿਊਮਰ ਗੁੱਡਸ ਹੈ ਐਂਡ ਉਹ ਵਾਈ ਅਕਸ਼ ਤੇ ਕੈਪੀਟਲ ਗੁੱਡਸ ਦੀ ਪ੍ਰੋਡਕਸ਼ਨ ਹੈ ਤੇ ਜਿਹੜੇ ਸਾਡਾ कर्व है लेफ्ट टू राइट डाउनवर्ड है दिस इज अ पीपीसी कर्व प्रोडक्शन पॉसिबिलिटी कर्व जो टू गुड्स की प्रोडक्शन दस रहा है गुड ए गुड बी गुड ए है साडी कंज्यूमर गुड्स एंड गुड बी है कैपिटल गुड्स ਹੁਣ ਕਹਿੰਦੇ ਇਕਨੋਮੀ ਦੇ ਵਿੱਚ ਦੋ ਤਰ੍ਹਾਂ ਦੀ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਜਾਂ ਅਸੀਂ ਕੰਜ਼ਿਊਮਰ ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਹਾਂ ਜਾਂ ਅਸੀਂ ਕੈਪੀਟਲ ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਹਾਂ ਜਾਂ ਅਸੀਂ ਦੋਨੇ ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਹਾਂ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੀਪੀਸੀ ਕਰਵਸ ਦੇ ਡਿਫਰੈਂਟ ਪੁਆਇੰਟਸ ਨੇ ਇੱਕ ਪੁਆਇੰਟ ਐਫ ਹੈ ਇੱਕ ਪੁਆਇੰਟ ਈ ਹੈ ਜੋ ਸਾਨੂੰ ਟੂ ਗੁੱਡਸ ਦੀ ਪ੍ਰੋਡਕਸ਼ਨ ਦੱਸ ਰਿਹਾ ਤਾਂ ਆਪਾਂ ਐਫ ਤੇ ਈ ਪੁਆਇੰਟ ਦੋਨਾਂ ਦੇ ਵਿੱਚੋਂ ਕੋਈ ਵੀ ਪੁਆਇੰਟ ਚੂਜ਼ ਕਰ ਸਕਦੇ ਹਾਂ ਹੁਣ ਅਗਰ ਆਪਾਂ ਐਫ ਪੁਆਇੰਟ ਚੂਜ਼ ਕਰਦੇ ਹਾਂ ਪੀਪੀਸੀ ਕਰਵ ਤੇ ਤਾਂ ਐਫ ਪੁਆਇੰਟ ਸਾਨੂੰ ਟੂ ਗੁੱਡਸ ਦੇ ਕੈਪੀਟਲ ਐਂਡ ਕੰਜ਼ਿਊਮਰ ਗੁੱਡ ਦੇ ਕੰਬੀਨੇਸ਼ਨ ਸ਼ੋ ਕਰ ਰਿਹਾ ਜਿਹਦੇ ਵਿੱਚ ਆਪਾਂ ਉਹ ਵਾਈ ਪ੍ਰੋਡਕਸ਼ਨ ਆ ਜਿਹੜੀ ਉਹ ਕੈਪੀਟਲ ਗੁੱਡ ਦੀ ਕਰ ਸਕਦੇ ਹਾਂ ਤੇ ਉਹ X2 ਜਿਹੜੀ ਪ੍ਰੋਡਕਸ਼ਨ ਆਪਾਂ ਕੰਜ਼ਿਊਮਰ ਗੁੱਡ ਦੀ ਕਰ ਸਕਦੇ ਹਾਂ ਮਤਲਬ ਐਫ ਪੁਆਇੰਟ ਤੇ ਆਪਾਂ ਕੈਪੀਟਲ ਗੁੱਡ ਦੀ ਜ਼ਿਆਦਾ ਪ੍ਰੋਡਕਸ਼ਨ ਕਰ ਸਕਦੇ ਹਾਂ ਕੰਜ਼ਿਊਮਰ ਗੁੱਡ ਦੀ ਘੱਟ ਪ੍ਰੋਡਕਸ਼ਨ ਕਰ ਸਕਦੇ ਹਾਂ ਠੀਕ ਹੈ ਤਾਂ ਦਿਸ ਇਜ਼ ਦਾ ਐਫ ਪੁਆਇੰਟਸ ਜਿਹਦੇ ਆਪਾਂ ਪ੍ਰੋਡਕਸ਼ਨ ਕਰ ਸਕਦੇ ਹਾਂ ਜਾਂ ਫਿਰ ਕਹਿੰਦੇ ਆਪਾਂ ਈ ਪੁਆਇੰਟ ਤੇ ਪ੍ਰੋਡਕਸ਼ਨ ਕਰ ਸਕਦੇ ਹਾਂ ਤਾਂ ਈ ਪੁਆਇੰਟ ਤੇ ਕੀ ਆ ਆਪਾਂ ਨੇ ਜਿਹੜੀ ਵਾਈ ਗੁੱਡ ਹੈ ਕੈਪੀਟਲ ਗੁੱਡ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਥੋੜੀ ਜਿਹੀ ਡਿਕਰੀਜ਼ ਕਰਤੀ ਠੀਕ ਹੈ ਤੇ ਆਪਾਂ ਐਕਸ ਗੁੱਡ ਦੀ ਜਿਹੜੀ ਪ੍ਰੋਡਕਸ਼ਨ ਉਹ ਸਾਡੀ ਇਨਕਰੀਜ਼ ਹੋ ਰਹੀ ਆ ਤਾਂ ਐਕਸ ਗੁੱਡ ਦੀ ਸਾਡੀ ਜ਼ਿਆਦਾ ਪ੍ਰੋਡਕਸ਼ਨ ਹੋ ਰਹੀ ਹੈ ਈ ਪੁਆਇੰਟ ਤੇ ਐਂਡ ਵਾਈ ਗੁੱਡ ਦੀ ਸਾਡੀ ਕੈਪੀਟਲ ਗੁੱਡ ਦੀ ਸਾਡੀ ਘੱਟ ਪ੍ਰੋਡਕਸ਼ਨ ਹੋ ਰਹੀ ਹੈ ਦੈਨ ਜੇ ਟੂ ਪੁਆਇੰਟਸ ਤੇ ਆਪਾਂ ਕਿਸੇ ਵੀ ਕੰਬੀਨੇਸ਼ਨਸ ਨੂੰ ਚੂਜ਼ ਕਰ ਸਕਦੇ ਹਾਂ ਠੀਕ ਹੈ ਇਹਨਾਂ ਦੋਨਾਂ ਗੁੱਡ ਦੀ ਪ੍ਰੋਡਕਸ਼ਨ ਕਰ ਸਕਦੇ ਆ ਕਿਸੇ ਦੇ ਵਿੱਚ ਐਕਸ ਗੁੱਡ ਦੀ ਜ਼ਿਆਦਾ ਕਿਸੇ ਦੇ ਵਿੱਚ ਵਾਈ ਗੁੱਡ ਲੇਕਿਨ ਜੋ ਸਾਡਾ ਜੀ ਪੁਆਇੰਟ ਹੈ ਦਿਸ ਇਜ਼ ਅ ਨਾਟ ਅਟੇਨੇਬਲ ਪੁਆਇੰਟਸ ਕਿਉਂਕਿ ਸਾਡੀ ਪੀਪੀਸੀ ਕਰਵ ਤੋਂ ਬਾਹਰ ਹੈ ਸਾਡੀ ਬਜਟ ਲਾਈਨ ਤੋਂ ਬਾਹਰ ਹੈ ਇਸ ਤੇ ਆਪਾਂ ਪ੍ਰੋਡਕਸ਼ਨ ਨਹੀਂ ਕਰ ਸਕਦੇ ਠੀਕ ਹੈ ਪੀਪੀਸੀ ਕਰਵ ਤੋਂ ਬਾਹਰ ਕਿਉਂਕਿ ਦਿਸ ਇਜ਼ ਅ ਨਾਨ ਅਟੇਨੇਬਲ ਪੁਆਇੰਟਸ ਕਿਉਂਕਿ ਇਹ ਸਾਡੀ ਬਜਟ ਲਾਈਨ ਤੋਂ ਬਾਹਰ ਹੈ ਬਜਟ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ
ਤੇ ਉਸ ਤੋਂ ਬਾਅਦ ਜਿਹੜਾ ਡੀ ਪੁਆਇੰਟ ਹੈ, ਦਿਸ ਇਜ਼ ਦਾ ਅੰਡਰ ਯੂਟਿਲਾਈਜੇਸ਼ਨ ਪੁਆਇੰਟ। ਅੰਡਰ ਯੂਟਿਲਾਈਜੇਸ਼ਨ ਪੁਆਇੰਟ ਮੀਨਸ ਜਿੰਨੇ ਸਾਡੇ ਕੋਲ ਰਿਸੋਰਸਿਸ ਅਵੇਲੇਬਲ ਨੇ ਪ੍ਰੋਡਕਸ਼ਨ ਤੇ, ਜਿਹਦੇ ਥਰੂ ਅਸੀਂ ਕੈਪੀਟਲ ਗੁੱਡਸ ਐਂਡ ਕੰਜ਼ਿਊਮਰ ਗੁੱਡ ਦੀ ਪ੍ਰੋਡਕਸ਼ਨ ਕਰ ਸਕਦੇ ਹਾਂ, ਉਹ ਰਿਸੋਰਸਿਸ ਦਾ ਅਸੀਂ ਫੁੱਲ ਯੂਟਿਲਾਈਜੇਸ਼ਨ ਨਹੀਂ ਕਰਦੇ ਡੀ ਪੁਆਇੰਟ ਤੇ, ਕਿਉਂਕਿ ਅੰਡਰ ਯੂਟਿਲਾਈਜੇਸ਼ਨ ਹੋ ਰਹੀ ਹੈ, ਘੱਟ ਯੂਟਿਲਾਈਜੇਸ਼ਨ ਹੋ ਰਹੀ ਹੈ, ਅਸੀਂ ਡੀ ਤੋਂ ਜ਼ਿਆਦਾ ਵੀ ਪ੍ਰੋਡਕਸ਼ਨ ਕਰ ਸਕਦੇ ਹਾਂ। ठीक है, मीन एफ ਤੇ ई ਪੁਆਇੰਟ ਤੇ ਅਸੀਂ ਰੀਚ ਕਰ ਸਕਦੇ ਹਾਂ। ਤਾਂ ਡੀ ਪੁਆਇੰਟਸ ਅੰਡਰ ਯੂਟਿਲਾਈਜੇਸ਼ਨ ਹੈ, ਜਿੱਥੇ ਰਿਸੋਰਸਿਸ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ, ਤਾਂ ਅਸੀਂ ਡੀ ਪੁਆਇੰਟ ਤੇ ਪ੍ਰੋਡਕਸ਼ਨ ਨਹੀਂ ਕਰਾਂਗੇ, ਨਾ ਹੀ ਜੀ ਤੇ ਕਰਾਂਗੇ। ਤੇ ਪੀਪੀਸੀ ਤੇ ਜਿਹੜੇ 2 ਪੁਆਇੰਟਸ ਨੇ ਐਫ ਜਾਂ ਈ, ਇਹਨਾਂ ਦੇ ਵਿੱਚੋਂ ਕਿਸੇ ਵੀ ਕੰਬੀਨੇਸ਼ਨਸ ਨੂੰ ਚੂਜ਼ ਕਰਾਂਗੇ, ਜਿਹਦੇ ਥਰੂ ਐਕਸ ਗੁੱਡ ਮੀਨਸ ਕਮਰਸ਼ੀਅਲ ਜਿਹੜੀ ਆਪਣੀ ਕੈਪੀਟਲ ਗੁੱਡ ਹੈ ਤੇ ਕੰਜ਼ਿਊਮਰ ਗੁੱਡਸ ਹੈ, ਉਹਨਾਂ ਦੀ ਪ੍ਰੋਡਕਸ਼ਨ ਕਰ ਸਕਦੇ। ਦੈਨ ਸਾਨੂੰ ਜਿਹੜੀ ਪੀਪੀਸੀ ਕਰਵ ਹੈ, ਇਹ 2 ਗੁੱਡਸ ਦੀ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੱਸ ਰਹੀ ਹੈ ਕਿ ਜਾਂ ਤਾਂ ਅਸੀਂ ਐਫ ਪੁਆਇੰਟ ਤੇ वाई ਤੇ x2 गुड ਜਾਂ ਫਿਰ e ਪੁਆਇੰਟ ਤੇ y ਤੇ x1 ਗੁੱਡ ਦੀ ਪ੍ਰੋਡਕਸ਼ਨ ਕਰ ਸਕਦੇ ਹਾਂ। ਨੈਕਸਟ ਇਜ਼ ਇੰਪੋਰਟੈਂਸ ਆਫ ਇਕਨੋਮਿਕ ਗਰੋਥ। ਕਹਿੰਦੇ ਇਕਨੋਮਿਕ ਗਰੋਥ ਦੀ ਜਿਹੜੀ ਇੰਪੋਰਟੈਂਸ ਆਫ ਇਕਨੋਮਿਕ ਗਰੋਥ, ਕਿ ਜਿਹੜੀ ਸਾਡੀ ਮੈਕਰੋ ਇਕਨੋਮਿਕਸ ਹੈ ਉਹਦੀ ਕੀ ਇੰਪੋਰਟੈਂਸ ਹੈ, ਇਕਨੋਮਿਕ ਗਰੋਥ ਦੀ ਸਾਡੇ ਕੰਟਰੀ ਦੇ ਵਿੱਚ ਕੀ ਇੰਪੋਰਟੈਂਸ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਗਰੋਥ ਕੀ ਹੈ। ਗਰੋਥ ਦਾ ਮਤਲਬ ਕਿ ਆਰਥਿਕ ਵਾਧਾ। ਆਰਥਿਕ ਵਾਧੇ ਦੀ ਮਹੱਤਤਾ ग्रोथ हो रही है, साडी कंट्री ਦੇ ਵਿੱਚ ਪਰ ਕੈਪੀਟਾ ਇਨਕਮ ਇਨਕਰੀਜ਼ ਹੋ ਰਹੀ ਹੈ, ਸਟੈਂਡਰਡ ਆਫ ਲਿਵਿੰਗ ਇਨਕਰੀਜ਼ ਹੋ ਰਿਹਾ, ਜਾਂ ਫਿਰ ਐਜੂਕੇਸ਼ਨ ਇਨਕਰੀਜ਼ ਹੋ ਰਹੀ ਹੈ, ਜਾਂ ਫਿਰ ਹੈਲਥ ਫੈਸਿਲਿਟੀ ਇਨਕਰੀਜ਼ ਹੋ ਰਹੀ ਹੈ। ਮੇਨ ਜਿਹੜੀ ਸਾਡੀ ਇਕੋਨਮੀ ਹੈ ਗਰੋ ਕਰ ਰਹੀ ਹੈ। ਅਗਰ ਸਾਡੀ ਇਕੋਨਮੀ ਗਰੋ ਕਰ ਰਹੀ ਹੈ ਤਾਂ ਸਾਡੀ ਇਕੋਨਮੀ ਕੀ ਕਰੇਗੀ, ਅਪ ਟੂ डाउन टू अप जाएगी, मतलब कि वन स्टैप अबव जाएगी, साडी इकोनॉमी तरक्की कर रही है। ठीक है, तो इंपॉर्टेंस ऑफ इकनॉमिक ग्रोथ किया कि ਆਪਾਂ ਜੋ ਮੇਨ ਮੋਟਿਵ ਹੈ ਗਰੋਥ ਐਂਡ ਡਿਵੈਲਪਮੈਂਟ ਮੈਕਰੋ ਇਕਨੋਮਿਕਸ ਦਾ, ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਆਪਣੀ ਜੋ ਹੈ ਅੰਡਰਸਟੈਂਡਿੰਗ ਦਾ ਫੰਕਸ਼ਨ ਆਫ ਇਕੋਨਮੀ, ਜੋ ਵੀ ਇਕੋਨਮੀ ਵਿੱਚ ਫੰਕਸ਼ਨਿੰਗ ਹੋ ਰਹੀ ਹੈ, ਚਾਹੇ अपनी गुड्स एंड सर्विसेज की प्रोडक्शन हो रही है, उसकी डिमांड हो रही है, सप्लाई हो रही है, कंजम्पशन हो रही है, जब प्राइसेस ना रिलेटेड जो भी होएगी तो स्टेबिलिटी होएगी, एक नेशनल इनकम इंक्रीज हो सकती है। एंड ट्रेड साइकल्स ने जो ग्रोथ होएगी तो ट्रेड साइकल स्टेबल रहेंगे। जो भी बिजनेस साइकल से फ्लक्चुएशन आ रही है, बूम डिप्रेशन रिकवरी रिसेशंस, तो वो भी की रहेगी, स्टेबिलिटी रहेगी। एंड जी इकनॉमिक ग्रोथ है, इकनॉमिक ग्रोथ के नाल नाल जो अपना एजुकेशन सिस्टम है वो वधिया होएगा, एंड हैल्थ फैसिलिटीज़ ने जो प्रोवाइड होंगियां, इन्फ्लेशन है जो ਉਹਦੇ ਤੇ कंट्रोल होएगा, डिफ्लेशन ਨੂੰ भी कंट्रोल मिलेगा। डिफ्लेशन तो बाद जो ग्रोथ होएगी तो लोगों के पैसा जाएगा, जिहदे थ्रू की डिमांड इंक्रीज हो जाएगी, फिर कहते अपनी प्राइसिस इंक्रीज होंगियां, जिहदे थ्रू आप स्टेबिलिटी ते पहुंच जावांगे। अगे है जनरल प्राइस लैवल, कहते इकोनॉमी ਦੇ ਵਿੱਚ ਕਹਿੰਦੇ ग्रोथ रेट इंक्रीज होएगा, नाल ਦੇ ਨਾਲ ਜਿਹੜੀ डिमांड ਤੇ सप्लाई है इकोनॉमी ਦੇ ਵਿੱਚ ਉਹ ਵੀ ਕੀ ਰਹੇਗੀ, इक्वल होएगी। कहते ग्रोथ इकनॉमिक ग्रोथ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਨੇ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਰਿਲੇਟਡ ਅੰਡਰ ਡਿਵੈਲਪ ਕੰਟਰੀਜ਼ ਵਿੱਚ, ਉਹ ਸਾਰੀਆਂ ਦਾ ਸੋਲੂਸ਼ਨ ਸਾਨੂੰ ਮੈਕਰੋ ਇਕਨੋਮਿਕਸ ਦੇ ਵਿੱਚ ਮਿਲਦਾ ਹੈ। ਇਸ ਦੇ ਥਰੂ ਕਹਿੰਦੇ ਕੀ ਆ ਮਾਰਜਨਲ ਯੂਟਿਲਿਟੀ ਦਾ ਪਤਾ ਲੱਗੇਗਾ ਸਾਨੂੰ ਕਿ ਇਕਨੋਮੀ ਦੇ ਵਿੱਚ ਕਿੰਨੀ ਕੰਜ਼ੰਪਸ਼ਨ ਹੈ, ਕਿੰਨੀ ਇਨਵੈਸਟਮੈਂਟ है। ठीक है, कि किस तरह से कंजम्पशन ग्रोथ रेट इंक्रीज होएगा तो कंजम्पशन भी इंक्रीज होएगी, डिमांड भी इंक्रीज होएगी, मटीरियल वेलफेयर भी होएगा। मटीरियल वेलफेयर मीनस जो भी वेल्थ है, जिमें कि टोटल इनकम, टोटल इंप्लॉयमेंट, टोटल कंजम्पशन। ठीक है, ये जिहड़े सारे मटीरियल बेनिफिट्स वेलफेयर के एस्पैक्ट्स ने वो सारे दे विच की होएगा, इंक्रीज होएगा। तो इकनॉमिक ग्रोथ के अंडर जो साडी इकनॉमिक प्लैनिंग है वो भी वर्क करेगी। जो 5 ईयर प्लैनस ने, जो इन्हां दे विच जो प्लैनस योजना बनाईयां जांदियां ने एग्रीकल्चर नाल रिलेटेड, सैकेंडरी सैक्टर ते टर्शरी सैक्टर नाल रिलेटेड, वो सारियां दे विच पॉसिबिलिटी मिलेगी, स्टेबिलिटी मिलेगी, इंक्रीज मिलेगा उन्हां दे डिसीजन के थ्रू अपनी ग्रोथ ते डेवलपमेंट दे विच। इंटरनेशनल लैवल्स ते भी इकनॉमिक ग्रोथ के थ्रू अफैक्ट पेगा, जिहदे थ्रू बैलेंस ऑफ पेमेंट साडा फेवरेबल होएगा। कहते ये थ्रू एक ग्रोथ के थ्रू जो साडी इकोनॉमी है ग्रो करेगी, डिवेलप होएगी। ठीक है, एंड नेक्स्ट है इन्फ्लेशन एंड अनएम्प्लॉयमेंट। इन्फ्लेशन एंड अनएम्प्लॉयमेंट इज द मेन प्रॉब्लम ऑफ इंडियन इकोनॉमी की मेन प्रॉब्लम है इन्फ्लेशन एंड अनएम्प्लॉयमेंट। वट इज़ द मीनिंग ऑफ इन्फ्लेशन, कहते जो इन्फ्लेशन है ये भी डिफरेंट टाइप का होंगे, वॉकिंग इन्फ्लेशन, क्रीपिंग इन्फ्लेशन, रनिंग अप इन्फ्लेशन, दिस इज द 4 टाइप्स ऑफ इन्फ्लेशन। कहते इन्फ्लेशन का मतलब है प्राइसिस का एकदम बढ़ जाना। प्राइसिस का एकदम बढ़ जाने का मेन रीजन की है, डिमांड का इंक्रीज होना।
डिमांड इंक्रीज होने ਦੇ ਕਾਫੀ ਸਾਰੇ ਰੀਜ਼ਨਸ ਹੋ ਸਕਦੇ ਨੇ। ਜ਼ਿਆਦਾ ਸਪਲਾਈ ਦਾ ਘਟ ਜਾਣਾ ਇੱਕ ਹੈ, ਸਪਲਾਈ ਦਾ ਘਟ ਜਾਣ ਕਰਕੇ ਪ੍ਰਾਈਸਿਸ ਦਾ ਵਧਣਾ, ਜਾਂ ਫਿਰ ਪਾਪੂਲੇਸ਼ਨ ਦਾ ਇਨਕਰੀਜ਼ ਹੋ ਜਾਣਾ, ਆਪਣੀ ਜੋ ਹੈ ਇਕੋਨਮੀ ਉਹਦੇ ਵਿੱਚ ਮਨੀ ਦੀ ਸਪਲਾਈ ਦਾ ਇਨਕਰੀਜ਼ ਹੋ ਜਾਣਾ, ਫਿਜ਼ੀਕਲ ਪਾਲਿਸੀ ਦੇ ਥਰੂ ਗਵਰਨਮੈਂਟ ਦੇ ਐਕਸਪੈਂਡੀਚਰ ਵੱਧ ਜਾਣਾ, ਠੀਕ ਹੈ। ਓਪਨ ਮਾਰਕੀਟ ਦੇ ਵਿੱਚ ਸ਼ੇਅਰਸ ਦੀ ਸੇਲਿੰਗ ਐਂਡ ਪਰਚੇਸਿੰਗਸ, ਕਹਿੰਦੇ ਜਿਹੜੇ ਮੈਨੀ ਰੀਜ਼ਨਸ ਨੇ, ਜਾਂ ਇੰਪਲੋਇਮੈਂਟ ਦਾ ਇਨਕਰੀਜ਼ ਹੋਣਾ ਜਿਹਦੇ ਕਰਕੇ ਇਨਫਲੇਸ਼ਨ ਕੀ ਹੈ ਜਨਰੇਟ ਹੁੰਦਾ ਹੈ। ਤਾਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨਫਲੇਸ਼ਨ ਦੇ ਨਾਲ ਜਿਹੜਾ ਸਾਡਾ ਰਿਚ ਐਂਡ ਪੂਅਰਸ ਦਾ ਗੈਪ ਆ ਉਹ ਕੀ ਹੋ ਜਾਂਦਾ, ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ। ਤਾਂ ਕੀ ਆ ਕਹਿੰਦੇ ਤੇ ਗਵਰਨਮੈਂਟਸ ਕਹਿੰਦੇ ਜਿਹੜੇ ਐਕਸ਼ਨਸ ਨੇ ਲੈ ਸਕਦੀ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ। ਤਾਂ ਜਿਹੜਾ ਆਪਣਾ ਥਰਡ ਸੈਕਟਰ ਹੈ, ਉਹਨੂੰ ਥਰਡ ਸੈਕਟਰ ਮੀਨਸ ਆ ਆਪਣੀ ਜਿਹੜੀ ਇਕੋਨਮੀ ਹੈ 3 ਸੈਕਟਰ ਇਕੋਨਮੀ ਆ। 2 ਸੈਕਟਰ ਇਕੋਨਮੀ ਦੇ ਵਿੱਚ ਕੀ ਆਉਂਦਾ, ਆਪਣਾ ਹਾਊਸ ਹੋਲਡ ਸੈਕਟਰ ਤੇ ਪ੍ਰੋਡਿਊਸਰ ਸੈਕਟਰ ਆਉਂਦਾ। ਪ੍ਰੋਡਿਊਸਰ ਸੈਕਟਰ ਜੋ ਗੁਡਸ ਤੇ ਸਰਵਿਸਿਜ਼ ਦੀ ਕੀ ਕਰਦਾ, ਗੁਡਸ ਦੀ ਪ੍ਰੋਡਕਸ਼ਨ ਕਰਦਾ, ਐਂਡ ਕੰਜ਼ਿਊਮਰ ਸੈਕਟਰ ਕੀ ਆ ਜੋ ਕੰਜ਼ੰਪਸ਼ਨ ਕਰਦਾ ਹੈ। ਤੇ ਕਹਿੰਦੇ ਜਿਹੜਾ ਇਨਕਮ ਦਾ ਫਲੋ ਹੈ ਤੇ ਆਊਟਫਲੋ ਐਂਡ ਇਨਕਮ ਫਲੋ ਹੈ, ਇਨਫਲੋ ਆਫ ਇਨਕਮ ਹੈ, ਉਹ ਹਾਊਸ ਹੋਲਡ ਸੈਕਟਰ ਤੇ ਪ੍ਰੋਡਿਊਸਰ ਸੈਕਟਰ ਦੋਨਾਂ ਦੇ ਵਿੱਚ ਉਹਨਾਂ ਦਾ ਸਰਕਲ ਕੀ ਹੈ ਚੱਲਦਾ ਰਹਿੰਦਾ। ਪ੍ਰੋਡਿਊਸਰਸ ਤੋਂ ਕਹਿੰਦੇ ਜੋ ਕੰਜ਼ਿਊਮਰ ਹੈ ਗੁਡਸ ਨੂੰ ਬਾਏ ਕਰਦਾ ਪ੍ਰੋਡਿਊਸਰਸ ਤੋਂ, ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਇਨਕਮ ਪ੍ਰੋਵਾਈਡ ਕਰਦਾ। ਤਾਂ ਉਹੀ ਇਨਕਮ ਨੂੰ ਜਿਹੜੇ ਪ੍ਰੋਡਿਊਸਰਸ ਨੇ ਯੂਜ਼ ਕਰਦੇ ਨੇ ਗੁਡਸ ਦੀ ਪ੍ਰੋਡਕਸ਼ਨ ਦੇ ਲਈ, ਤੇ ਉਹ ਕੰਜ਼ਿਊਮਰਸ ਨੂੰ ਉਹੀ ਗੁਡਸ ਦਿੰਦੇ ਨੇ, ਫਿਰ ਤੋਂ ਉਹਨਾਂ ਤੋਂ ਇਨਕਮ ਲੈਂਦੇ ਨੇ। ਕਹਿੰਦੇ ਇਸ ਤਰ੍ਹਾਂ ਆਪਣੀ ਇਕੋਨਮੀ ਦੇ ਵਿੱਚ ਜਿਹੜੀ ਗਰੋਥ ਹੈ, ਇਕਨੋਮਿਕ ਸਾਈਕਲ ਉਹ ਕੀ ਹੁੰਦਾ ਹੈ, ਚੱਲਦਾ ਰਹਿੰਦਾ ਹੈ। ਕਹਿੰਦੇ ਇਨਫਲੇਸ਼ਨ ਦੇ ਵਿੱਚ ਕਹਿੰਦੇ 2 ਸੈਕਟਰ ਇਕੋਨਮੀ ਦੇ ਵਿੱਚ ਓਨਲੀ ਜਿਹੜਾ ਹੈ ਪ੍ਰੋਡਿਊਸਰਸ ਤੇ ਹਾਊਸ ਹੋਲਡ ਸੈਕਟਰ ਕੰਜ਼ਿਊਮਰ ਸੈਕਟਰ ਹੁੰਦਾ, ਲੇਕਿਨ ਜਿਹੜੀ ਆਪਣੀ ਇਕੋਨਮੀ ਹੈ ਦਿਸ ਇਜ਼ 3 ਸੈਕਟਰ ਇਕੋਨਮੀ, ਜਿਹਦੇ ਵਿੱਚ ਕਹਿੰਦੇ ਕੀ ਆ ਜਿਹੜਾ ਹੈ ਆਪਣਾ ਹਾਊਸ ਹੋਲਡ ਸੈਕਟਰ, ਪ੍ਰੋਡਿਊਸਰ ਸੈਕਟਰ ਐਂਡ ਗਵਰਨਮੈਂਟ ਸੈਕਟਰ ਵੀ ਹੈ। ਕਹਿੰਦੇ ਇਨਫਲੇਸ਼ਨ ਦੀ ਤੇ ਅਨਇੰਪਲੋਇਮੈਂਟ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਗਵਰਨਮੈਂਟ ਸੈਕਟਰ ਦਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਇਨਫਲੇਸ਼ਨ ਨਾਲ ਰਿਲੇਟਡ ਥਿਊਰੀਜ਼ ਨੇ, ਮੋਨਿਟਰੀ ਐਂਡ ਫਿਜ਼ੀਕਲ ਥਿਊਰੀ, ਕਹਿੰਦੇ ਉਹ ਕਿਹਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ, ਆਪਣੀ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਪੜ੍ਹੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ। ਗਵਰਨਮੈਂਟਸ ਕਹਿੰਦੇ ਕੰਟਰੋਲ ਕਰ ਸਕਦੀ ਹੈ ਇਨਫਲੇਸ਼ਨ ਨੂੰ। ਤਾਂ ਇਨਫਲੇਸ਼ਨ ਤੇ ਕੰਟਰੋਲ ਕਰਨ ਦੇ ਲਈ ਗਵਰਨਮੈਂਟ ਕੀ ਕਰੇਗੀ, ਆਪਣਾ ਫਿਜ਼ੀਕਲ ਪਾਲਿਸੀ ਦੇ ਥਰੂ ਜਿਹੜੇ ਗਵਰਨਮੈਂਟ ਦੇ ਐਕਸਪੈਂਡੀਚਰਸ ਨੇ ਉਹਨਾਂ ਨੂੰ ਡਿਕਰੀਜ਼ ਕਰ ਦੇਗੀ, ਜਿਨ੍ਹਾਂ ਦੇ ਥਰੂ ਜਿਹੜੀਆਂ ਲੋਕਾਂ ਨੂੰ ਕੋਲ ਐਜ਼ ਏ ਜਿਹੜੀਆਂ ਗੁਡਸ, ਰੀਅਲ ਗੁਡਸ ਦੇ ਬਦਲੇ ਜੋ ਵੀ ਸਰਵਿਸਿਜ਼ ਆ ਰਹੀ ਹੈ ਉਹ ਘੱਟ ਜਾਏਗੀ, ਜਿਨ੍ਹਾਂ ਦੇ ਥਰੂ ਬੇਸਿਕ ਨੀਡਸ ਨੇ ਲੋਕ ਉਹਨਾਂ ਤੇ ਖਰਚ ਕਰਨਗੇ, ਤੇ ਬਾਕੀ ਉਹਨਾਂ ਦੀ ਗੁਡਸ ਦੀ ਜਿਹੜੀ ਬਾਕੀ ਗੁਡਸ ਦੀ ਡਿਮਾਂਡ ਹੈ ਪੀਪਲਸ ਦੇ ਥਰੂ ਥੋੜੀ ਜਿਹੀ ਘੱਟ ਜਾਏਗੀ, ਜਿਹਦੇ ਥਰੂ ਪ੍ਰਾਈਸਿਸ ਲੋ ਹੋਣਗੇ। ਤੇ ਦੂਸਰੀ ਤਰਫ ਜਿਹੜੀ ਮੋਨਿਟਰੀ ਪਾਲਿਸੀ ਹੈ, ਤਾਂ ਮੋਨਿਟਰੀ ਪਾਲਿਸੀ ਦੇ ਅੰਡਰ ਜਿਹੜੀ ਆਪਣੀ ਮਨੀ ਦੀ ਸਪਲਾਈ ਹੈ ਇਹ ਡਿਕਰੀਜ਼ ਹੋ ਜਾਏਗੀ, ਰੇਟ ਆਫ ਇੰਟਰਸਟ ਇਨਕਰੀਜ਼ ਕਰਕੇ ਆਰਬੀਆਈ ਤੇ ਕਮਰਸ਼ੀਅਲ ਬੈਂਕਸ ਦੇ ਥਰੂ, ਜਿਹਦੇ ਥਰੂ ਜਿਹੜੀ ਡਿਮਾਂਡ ਹੈ ਘਟ ਜਾਏਗੀ ਤੇ ਪ੍ਰਾਈਸਿਸ ਕੀ ਨੇ ਸਟੇਬਲ ਹੋ ਜਾਣਗੇ। ਇਸ ਤਰ੍ਹਾਂ ਜਿਹੜੇ ਆਪਣਾ ਇਨਫਲੇਸ਼ਨ ਆਪਾਂ ਉਹਨੂੰ ਕੀ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ, ਜਾਂ ਫਿਰ ਸਪਲਾਈ ਨੂੰ ਇਨਕਰੀਜ਼ ਕਰਕੇ ਆਪਾਂ ਡਿਮਾਂਡ ਦੇ ਇਕੁਅਲ ਕਰ ਸਕਦੇ ਹਾਂ। ਲੇਕਿਨ ਜਿਹੜੇ ਰਿਸੋਰਸਿਸ ਨੇ ਉਹਨਾਂ ਦੀ ਸਕਾਰਸਿਟੀ ਹੋਣ ਕਰਕੇ ਆਪਾਂ ਜਿਹੜੀ ਆਪਣੀ ਸਪਲਾਈ ਆਫ ਗੁਡਸ ਹੈ ਉਹਨਾਂ ਨੂੰ ਇੰਨਾ ਇਨਕਰੀਜ਼ ਨਹੀਂ ਕਰ ਸਕਦੇ। ਐਂਡ ਅਨਇੰਪਲੋਇਮੈਂਟ ਕੀ ਹੁੰਦੀ ਆ, ਅਨਇੰਪਲੋਇਡ ਦਾ ਮਤਲਬ ਹੁੰਦਾ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਜਿਹੜੇ ਸਾਰੇ ਪੀਪਲਸ ਨੇ ਜਿਹੜੇ ਕੰਮ ਕਰਨ ਦੇ ਲਈ ਤਿਆਰ ਨੇ, ਜਿਹੜੇ ਐਡਜਸਟਿੰਗ ਵਰਕਿੰਗ ਆਵਰਸ ਤੇ ਜਿਹੜੇ ਜਿੰਨੇ ਵਰਕਿੰਗ ਆਵਰਸ ਉਹਨਾਂ ਨੂੰ ਮਤਲਬ ਦਿੱਤੇ ਜਾ ਰਹੇ ਨੇ ਉਹਨਾਂ ਤੇ ਕੰਮ ਕਰਨ ਦੇ ਲਈ ਤਿਆਰ ਨੇ, ਲੇਕਿਨ ਉਹ ਉਹਨਾਂ ਨੂੰ ਕੰਮ ਮਿਲਦਾ ਨਹੀਂ ਹੈ, ਦੈਟ ਇਜ਼ ਅ ਅਨਇੰਪਲੋਇਮੈਂਟ। ਕਹਿੰਦੇ ਅਨਇੰਪਲੋਇਮੈਂਟ ਵੀ 2 ਟਾਈਪਸ ਦੀ ਹੁੰਦੀ ਆ, ਇੱਕ ਵੋਲੰਟਰੀ ਐਂਡ ਇਨਵੋਲੰਟਰੀ। ਵੋਲੰਟਰੀ ਅਨਇੰਪਲੋਇਮੈਂਟ ਮਤਲਬ ਕੰਮ ਮਿਲਦਾ ਹੈ, ਲੇਕਿਨ ਉਹ ਜੋ ਵੇਜ ਰੇਟ ਤੇ ਕੰਮ ਮਿਲਦਾ ਹੈ ਜਾਂ ਜੋ ਵਰਕਿੰਗ ਆਵਰ ਤੇ ਕੰਮ ਮਿਲਦਾ ਹੈ ਉਹ ਤੇ ਕੰਮ ਕਰਨ ਦੇ ਲਈ ਤਿਆਰ ਨਹੀਂ ਹੁੰਦੇ, ਮਤਲਬ ਆਪਣੇ ਆਪ ਕੰਮ ਛੱਡਦੇ ਨੇ, ਦੈਟ ਇਜ਼ ਅ ਵੋਲੰਟਰੀ ਅਨਇੰਪਲੋਇਮੈਂਟ। ਐਂਡ ਇਨਵੋਲੰਟਰੀ ਦਾ ਮਤਲਬ ਹੈ ਕਿ ਕਿਸੇ ਵੀ ਵੇਜ ਰੇਟ ਜਾਂ ਕਿਸੇ ਵੀ ਵਰਕਿੰਗ ਆਵਰ ਦੇ ਲਈ ਕੰਮ ਕਰਨ ਦੇ ਲਈ ਤਿਆਰ ਨੇ, ਬਟ ਕੰਮ ਮਿਲਦਾ ਨਹੀਂ ਹੈ, ਦਿਸ ਇਜ਼ ਅ ਇਨਵੋਲੰਟਰੀ ਅਨਇੰਪਲੋਇਮੈਂਟ। ਅਨਇੰਪਲੋਇਮੈਂਟ ਦੇ ਵਿੱਚ ਆਪਾਂ ਮੋਸਟਲੀ ਇਨਵੋਲੰਟਰੀ ਅਨਇੰਪਲੋਇਮੈਂਟ ਹੀ ਲੈਂਦੇ ਹਾਂ, ਅਨਿੱਛਕ ਬੇਰੁਜ਼ਗਾਰੀ। ਤਾਂ ਇਹਦੇ ਕਈ ਰੀਜ਼ਨਸ ਹੋ ਸਕਦੇ ਨੇ ਅਨਇੰਪਲੋਇਮੈਂਟ ਦੇ। ਤਾਂ ਗਵਰਨਮੈਂਟ ਕਹਿੰਦੇ ਕੀ ਕਰਦੀ ਆ, ਅਨਇੰਪਲੋਇਮੈਂਟ ਨੂੰ ਇਨਕਰੀਜ਼ ਕਰਨ ਦੇ ਲਈ ਗਵਰਨਮੈਂਟ ਡਿਫਰੈਂਟ ਜਿਹੜੇ ਐਕਸ਼ਨਸ ਨੇ ਉਹ ਲੈਂਦੀ ਆ। ਗਵਰਨਮੈਂਟ ਫੈਸਿਲਿਟੀਜ਼ ਦਿੰਦੀ ਹੈ, ਜਾਂ ਫਿਰ ਗਵਰਨਮੈਂਟ ਜਿਹੜੇ ਇੰਡਸਟਰੀਅਲ ਸੈਟਅਪ ਕਰਦੀ ਆ, ਮੋਰ ਸਮਾਲ ਸਕੇਲ ਇੰਡਸਟਰੀਜ਼ ਨੇ ਜਿਹੜੀ ਉਹਨਾਂ ਨੂੰ ਲਗਾਉਂਦੀ ਆ, ਠੀਕ ਹੈ। ਐਂਡ ਜੋ ਟੈਕਸਟਾਈਲ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਇਨਕਰੀਜ਼ ਕਰਦੀ ਆ, ਜਾਂ ਫਿਰ ਟ੍ਰੇਨਿੰਗ ਦਿੰਦੀ ਹੈ ਸਕਿੱਲ ਵਗੈਰਾ ਇੰਪਰੂਵ ਕਰਨ ਦੇ ਲਈ। ਕਹਿੰਦੇ ਜਿਹੜੇ ਡਿਫਰੈਂਟ ਸਟੈਪਸ ਨੇ ਇਹ ਗਵਰਨਮੈਂਟ ਦੇ ਦੁਆਰਾ ਚੱਕੇ ਜਾਂਦੇ ਨੇ। ਐਂਡ ਉਸ ਤੋਂ ਬਾਅਦ ਹੈ ਮੁਦਰਾਸਫੀਤੀ ਤੇ ਬੇਰੁਜ਼ਗਾਰੀ ਹੋ ਗਿਆ ਆਪਣਾ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ, ਦੈਟ ਇਜ਼ ਆ ਨੈਕਸਟ ਇਜ਼ ਆ ਵਪਾਰਕ ਚੱਕਰ, ਜਿਹਨੂੰ ਆਪਾਂ ਬੋਲਦੇ ਹਾਂ ਬਿਜ਼ਨਸ ਸਾਈਕਲਸ। ਬਿਜ਼ਨਸ ਸਾਈਕਲਸ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਬਿਜ਼ਨਸ ਸਾਈਕਲਸ ਦਾ ਮਤਲਬ ਕਿ ਬਿਜ਼ਨਸ ਦੇ ਵਿੱਚ ਕੀ ਹੋਣਾ, ਆਪਣਾ ਉਤਰਾਅ ਚੜਾਅ ਦਾ ਹੋਣਾ, ਫਲਕਚੁਏਸ਼ਨ ਹੋਣਾ,
ਬਿਜ਼ਨਸ ਸਾਈਕਲਸ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਫਲਕਚੁਏਸ਼ਨ ਹੋ ਸਕਦੀ ਆ, ਮੀਨਸ ਅਪਸ ਐਂਡ ਡਾਊਨ ਆ ਸਕਦੇ ਨੇ। ਮੋਰ ਜਿਹੜੀਆਂ 4 ਟਾਈਪਸ ਆਫ ਸਿਚੁਏਸ਼ਨਸ ਹੁੰਦੀਆਂ ਨੇ ਜਿਹੜੀਆਂ ਟ੍ਰੇਡ ਸਾਈਕਲ ਜਾਂ ਬਿਜ਼ਨਸ ਸਾਈਕਲਸ ਦੇ ਵਿੱਚ ਆ ਸਕਦੇ ਨੇ, ਇਹਨੂੰ ਟ੍ਰੇਡ ਸਾਈਕਲਸ ਵੀ ਆਪਾਂ ਬੋਲਦੇ ਹਾਂ। ਤਾਂ ਇਹਦੇ ਵਿੱਚ ਕੀ ਹੁੰਦਾ, ਬੂਮ, ਰਿਸੈਸ਼ਨ, ਬੂਮ, ਡਿਪਰੈਸ਼ਨ, ਰਿਸੈਸ਼ਨ ਤੇ ਰਿਕਵਰੀ। ਬੂਮ ਤਾਂ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਕਹਿੰਦੇ ਕਿ ਆ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ, ਜਿਹਦੇ ਵਿੱਚ ਜਿਹੜੀ ਡਿਮਾਂਡ ਹੈ ਸਪਲਾਈ ਦੇ ਨਾਲੋਂ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਪ੍ਰਾਈਸਿਸ ਇੱਕਦਮ ਵੱਧ ਜਾਂਦੀਆਂ ਨੇ, ਜਿਹਦਾ ਕਹਿੰਦੇ ਆਪਣੇ ਪੂਅਰ ਪੀਪਲਸ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ, ਆਪਣੀ ਜਿਹੜੀ ਇਕੋਨਮੀ ਹੈ ਬੈਕ ਵੱਧ ਜਾਂਦੀ ਹੈ। ਐਂਡ ਉਸ ਤੋਂ ਬਾਅਦ ਰਿਸੈਸ਼ਨ ਦਾ ਮਤਲਬ ਹੈ ਕਿ ਪ੍ਰਾਈਸਿਸ ਦਾ ਘਟਦੇ ਜਾਣਾ, ਠੀਕ ਹੈ, ਐਂਡ ਪ੍ਰਾਈਸਿਸ ਦਾ ਥੋੜਾ ਜਿਹਾ ਘਟਣਾ। ਐਂਡ ਡਿਪਰੈਸ਼ਨ ਦਾ ਮਤਲਬ ਪ੍ਰਾਈਸਿਸ ਦਾ ਬਹੁਤ ਜ਼ਿਆਦਾ ਘਟ ਜਾਣਾ, ਠੀਕ ਹੈ। ਡਿਪਰੈਸ਼ਨ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ ਕਿ ਡਿਫਲੇਸ਼ਨ ਦੀ ਸਿਚੁਏਸ਼ਨ ਆ ਜਾਂਦੀ ਆ, ਕਿ ਪ੍ਰਾਈਸਿਸ ਘਟ ਜਾਂਦੀਆਂ ਨੇ, ਜਿਹਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਲੇਕਿਨ ਸਪਲਾਈ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਆ। ਕਹਿੰਦੇ ਉਸ ਟਾਈਮ ਗਵਰਨਮੈਂਟ ਕੀ ਕਰਦੀ ਆ, ਆਪਣੀ ਮੋਨਿਟਰੀ ਫਿਜ਼ੀਕਲ ਜਿਹੜੀ ਪਾਲਿਸੀ ਹੈ ਉਹਦੇ ਥਰੂ ਸਟੇਬਲ ਕਰਦੀ ਆ ਪ੍ਰਾਈਸਿਸ ਨੂੰ। ਤਦ ਉਹ ਮੋਨਿਟਰੀ ਪਾਲਿਸੀ ਦੇ ਥਰੂ ਜਿਹੜੀ ਬੈਂਕ ਦੇ ਥਰੂ ਮਨੀ ਦੀ ਸਪਲਾਈ ਹੈ ਉਹ ਜ਼ਿਆਦਾ ਕੀਤੀ ਜਾਂਦੀ ਹੈ, ਇੰਟਰਸਟ ਰੇਟ ਘੱਟ ਕਰਕੇ, ਤਾਂ ਜਿਹਦੇ ਥਰੂ ਜਿਹੜੇ ਲੋਕਾਂ ਦੇ ਕੋਲ ਕੰਜ਼ੰਪਸ਼ਨ ਦੇ ਲਈ ਪੈਸਾ ਹੈ, ਲੋਨ ਤੇ ਜ਼ਿਆਦਾ ਲਿੱਤਾ ਜਾਂਦਾ ਹੈ, ਜਿਹਦੇ ਥਰੂ ਜਿਹੜੀ ਡਿਮਾਂਡ ਹੈ ਵੱਧ ਜਾਂਦੀ ਹੈ ਤੇ ਪ੍ਰਾਈਸਿਸ ਇੰਕਰੀਜ਼ ਹੋ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਜਿਹੜੀ ਗਵਰਨਮੈਂਟ ਹੈ ਉਹ ਆਪਣੇ ਐਕਸਪੈਂਡੀਚਰਸ ਨੂੰ ਇੰਕਰੀਜ਼ ਕਰ ਦਿੰਦੀ ਹੈ, ਜਿਹਦੇ ਥਰੂ ਇਨਫਲੋ ਹੁੰਦਾ ਮਨੀ ਦਾ ਇਕੋਨਮੀ ਦੇ ਵਿੱਚ, ਤੇ ਜਿਹੜੇ ਪੀਪਲਸ ਨੇ ਉਹ ਆਪਣੀ ਡਿਮਾਂਡ ਇੰਕਰੀਜ਼ ਕਰਨਗੇ, ਪ੍ਰਾਈਸਿਸ ਵਧਣਗੇ। ਦਿਸ ਇਜ਼ ਦਾ ਡਿਪਰੈਸ਼ਨ ਟਾਈਮ, ਠੀਕ ਹੈ। ਤੇ ਪ੍ਰੋਡਕਸ਼ਨ ਵੀ ਵਧੇਗੀ ਡਿਮਾਂਡ ਵਧਣ ਦੇ ਨਾਲ। ਤੇ ਜਿਹੜਾ ਆਪਣਾ ਰਿਕਵਰੀ ਹੈ, ਰਿਕਵਰੀ ਦਾ ਮਤਲਬ ਥੋੜੀ ਥੋੜੀ ਰਿਕਵਰੀ ਹੋਣ ਲੱਗਦੀ ਆ ਆਪਣਾ ਡਿਪਰੈਸ਼ਨ ਤੋਂ ਬਾਅਦ, ਪ੍ਰਾਈਸਿਸ ਘਟਣ ਤੋਂ ਬਾਅਦ, ਡਿਮਾਂਡ ਘਟਣ ਤੋਂ ਬਾਅਦ, ਪ੍ਰੋਡਕਸ਼ਨ ਘਟਣ ਤੋਂ ਬਾਅਦ ਜਿਹੜਾ ਆਪਣਾ ਹੈ ਫਲੋ ਉੱਪਰ ਜਾਣ ਲੱਗਦਾ, ਮੀਨਸ ਥੋੜੀ ਜਿਹੀ ਪ੍ਰੋਡਕਸ਼ਨ ਵੀ ਵਧਣ ਲੱਗਦੀ ਹੈ, ਡਿਮਾਂਡ ਵੀ ਵਧਣ ਲੱਗਦੀ ਹੈ, ਸਪਲਾਈ ਵੀ ਵਧਣ ਲੱਗਦੀ ਆ, ਠੀਕ ਹੈ। ਡਿਮਾਂਡ ਵਧਣ ਦੇ ਨਾਲ ਪ੍ਰਾਈਸਿਸ ਵੀ ਵਧਣ ਲੱਗਦੀਆਂ ਨੇ, ਮੀਨਸ ਆਪਣੀ ਜਿਹੜੀ ਇਕੋਨਮੀ ਹੈ ਇਹ ਫਿਟ ਤੋਂ ਰਿਕਵਰੀ ਵੱਲ ਕੀ ਹੋ ਜਾਂਦੀ ਹੈ, ਚੱਲ ਪੈਂਦੀ ਹੈ। ਤਦ ਕਹਿੰਦੇ ਜਿਹੜੀ ਸਾਡੀ ਹੈ ਆਪਣੀ ਮੈਕਰੋ ਇਕਨੋਮਿਕਸ, ਇਹਨੂੰ ਪੜ੍ਹਨ ਦੇ ਬਹੁਤ ਸਾਰੇ ਬੈਨੀਫਿਟਸ ਨੇ, ਕਿਉਂਕਿ ਇਹਦੇ ਵਿੱਚ ਜਿਹੜੀਆਂ ਡਿਫਰੈਂਟ ਥਿਊਰੀਜ਼ ਨੇ, ਜਿਵੇਂ ਕਿ ਆਪਾਂ ਨੇ ਹੁਣ ਇਕਨੋਮਿਕ ਗਰੋਥ ਨਾਲ ਰਿਲੇਟਡ, ਨੈਸ਼ਨਲ ਇਨਕਮ ਦੇ ਨਾਲ ਰਿਲੇਟਡ, ਡਿਵੈਲਪਮੈਂਟ ਦੇ ਨਾਲ ਰਿਲੇਟਡ, ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਨਾਲ ਰਿਲੇਟਡ ਥਿਊਰੀਜ਼, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਲਾਸੀਕਲ ਮਾਡਲ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ ਐਂਡ ਕੇਨਜ਼ੀਅਨ ਮਾਡਲ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨਸ, ਆਪਾਂ ਉਹਨਾਂ ਦੀ ਸਟੱਡੀ ਕਰਦੇ ਹਾਂ। ਤੇ ਉਸ ਤੋਂ ਬਾਅਦ ਬਿਜ਼ਨਸ ਸਾਈਕਲ ਦੀ ਗੱਲ ਕਰਦੇ ਹਾਂ। ਆਪਣੀ ਇਕੋਨਮੀ ਦੇ ਵਿੱਚ ਜੋ ਵੀ ਕਹਿੰਦੇ ਇਨ ਅਪਸ ਐਂਡ ਡਾਊਨਸ ਹੁੰਦੇ ਨੇ ਆਪਣੀ ਇਕੋਨਮੀ ਦੇ ਵਿੱਚ, ਜੋ ਵੀ ਟ੍ਰੇਡ ਸਾਈਕਲਸ ਦੇ ਵਿੱਚ ਸਰਕੂਲੇਸ਼ਨ ਹੁੰਦਾ ਹੈ, ਬੂਮ, ਡਿਪਰੈਸ਼ਨ, ਰਿਕਵਰੀ ਤੇ ਰਿਸੈਸ਼ਨਸ, ਕਹਿੰਦੇ ਉਹਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਤੇ ਉਸ ਨਾਲ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਤਾਂ ਇਹ 4 ਜਿਹੜੇ ਟਾਈਮ ਪੀਰੀਅਡਸ ਨੇ ਇਹਨਾਂ ਦੀ ਗੱਲ ਹੋ ਚੁੱਕੀ ਹੈ। ਮੈਕਰੋ ਇਕਨੋਮਿਕਸ ਇਜ਼ ਅ ਲਾਰਜ ਟਰਮ, ਜਿਵੇਂ ਤੁਹਾਨੂੰ ਦੱਸਿਆ ਕਿ ਮਾਈਕਰੋ ਐਂਡ ਮੈਕਰੋ ਲਾਰਜ ਟਰਮ ਹੈ, ਤਾਂ ਇਹਦੇ ਵਿੱਚ ਪੂਰੀ ਇਕੋਨਮੀ ਨਾਲ ਰਿਲੇਟਡ ਜੋ ਵੀ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਆਪਾਂ ਉਹਨਾਂ ਦੀ ਸਟੱਡੀ ਕਰ ਸਕਦੇ ਹਾਂ, ਚਾਹੇ ਉਹ ਮੋਨਿਟਰੀ ਫਿਜ਼ੀਕਲ ਪਾਲਿਸੀ ਹੈ, ਚਾਹੇ ਫਿਜ਼ੀਕਲ ਪਾਲਿਸੀ ਹੈ, ਅਨਇੰਪਲੋਇਮੈਂਟ ਆ, ਪੋਵਰਟੀ ਹੈ, ਐਜੂਕੇਸ਼ਨ ਸਿਸਟਮ ਹੈ, ਇਨਫੈਂਟ ਮੋਰਟੈਲਿਟੀ ਰੇਟ ਆ, ਜਾਂ ਫਿਰ ਜਿਹੜੀ ਆਪਣੀ ਇਕਨੋਮਿਕ ਗਰੋਥ ਨੂੰ ਲੈ ਕੇ ਜੋ ਵੀ ਮਾਡਲਸ ਨੇ, ਸੋਲੋ ਮਾਡਲਸ ਵਗੈਰਾ ਨੇ, ਸੋਲੋ ਮਾਡਲ ਆਫ ਇਕਨੋਮਿਕ ਗਰੋਥ ਐਂਡ ਜੋ ਡੋਮਨ ਮਾਡਲ ਆਫ ਇਕਨੋਮਿਕ ਗਰੋਥ ਨੇ, ਇਹ ਵੀ ਆਪਣੇ ਮੈਕਰੋ ਇਕਨੋਮਿਕਸ ਦੇ ਵਿੱਚ ਹੀ ਆਉਂਦੇ ਨੇ। ਐਂਡ ਉਸ ਤੋਂ ਇਲਾਵਾ ਜੀਡੀਪੀ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੀ ਗੱਲ ਕਰੀਏ, ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰੀਏ, ਕਿਉਂਕਿ ਜਿਹੜੀ ਆਪਣੀ ਇਕੋਨਮੀ ਹੈ ਦਿਸ ਇਜ਼ ਦਾ ਓਪਨ ਇਕੋਨਮੀ, ਇਹਦੇ ਵਿੱਚ ਡੋਮੈਸਟਿਕ ਇਨਕਮ ਦੇ ਨਾਲ ਨਾਲ ਜਿਹੜੀ ਆਪਣੀ ਐਬਰੋਡ ਦੀ ਇਨਕਮ ਹੈ ਉਹਨੂੰ ਵੀ ਲਿਆ ਜਾਂਦਾ ਹੈ, ਤੇ ਐਕਸਪੋਰਟ ਇੰਪੋਰਟ ਕੀਤੇ ਜਾਂਦੇ ਨੇ, ਜਿਹਦੇ ਥਰੂ ਜਿਹਦਾ BOP ਆ ਬੈਲੈਂਸ ਦੇ ਵਿੱਚ ਐਂਡ ਅਨਫੇਵਰੇਬਲ ਬੈਲੈਂਸ ਦੇ ਵਿੱਚ ਆਉਂਦਾ ਹੈ। ਜਿਹੜੇ ਸਾਰੇ ਇਹੀ ਇਸ਼ੂਸ ਨੇ ਆਪਾਂ ਇਹ ਮੈਕਰੋ ਇਕਨੋਮਿਕਸ ਦੇ ਵਿੱਚ ਪੜ੍ਹਦੇ ਹਾਂ ਪੂਰੀ ਇਕੋਨਮੀ ਨਾਲ ਰਿਲੇਟਡ। ਤੇ ਅੱਜ ਦਾ ਇਹ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।